ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ हम न सकत कर सिफत तुम्हारी, आप ले हो तुम कथा सुधारी। हम न सकत कर सिफत तुम्हारी, आप ले हो तुम कथा सुधारी। अतत पावन भगत वशल, कृपा निधान रहमतां दे सागर। मेरी पीढ़ी के मालक साहिब श्री गुरु हरगोबिंद साहिब जियां दे पावन और पवित्र अस्थान के उपर साहिब श्री गुरु ग्रंथ साहिब जियां दे चरण परस रहे। गुरु रूप गुरु खालसा संत संगत जी सतगुरां दी अपार कृपा बख्शिश मेहनत का सदका सत संगत दियाँ अमोलक घड़ियाँ सतगुरां द्वारा बख्शिश होईयां ने। कवि संतोख सिंह जियां द्वारा लिखी गई काव्य रचना गुर इतिहास हर रोज सतगुरां की कृपा सदका विचारते हाँ। आओ विचारां की सांझ पाउण तो पहला गुरु कलगीधर अमृत के दाते साहिब श्री गुरु गोबिंद सिंह साहिब जियां द्वारा बख्शिश की गई गुरफतेह की सांझ पाइए। रल मिल के सारे ही माई भाई आखो जी वाहिगुरू जी का खालसा वाहिगुरू जी की फतेह। पिछले कुछ दिनों तो विचार रहे हाँ जो सतगुरां दी सिद्धां दे नाल दोस्ती चल रही है। सिद्धां ने अपने घर बार त्यागे हुए ने, कन्ना विच मुंदरां पाईयां ने, शरीर उपर सवाहां मलियां होईयां ने।
ਆਪਣੇ ਗ੍ਰਸਥ ਆਸ਼ਰਮ ਨੂੰ ਛੱਡ ਕਰਕੇ ਗ੍ਰਸਥੀ ਜੀਵਨ ਤੋਂ ਦੌੜ ਕਰਕੇ ਉੱਚਿਆਂ ਪਹਾੜਾਂ ਦੇ ਵਿੱਚ ਪਰਮੇਸ਼ਰ ਨੂੰ ਪਾਉਣ ਲਈ ਡੇਰੇ ਲਾਏ ਹੋਏ। ਸ਼ਮੇਰ ਪਰਬਤ ਦੇ ਉੱਪਰ ਡੇਰੇ ਨੇ, 84 ਸਿੱਧ ਉੱਥੇ ਰਹਿੰਦੇ ਨੇ। ਜੋ 84 ਸਿੱਧਾਂ ਦਾ ਗੁਰੂ ਹੈ, ਜਿਸ ਦੇ ਇਹ ਸਾਰੇ ਚੇਲੇ ਨੇ, ਉਸ ਦਾ ਨਾਮ ਗੋਰਖਨਾਥ ਹੈ। ਤੇ ਸਭ ਤੋਂ ਪਹਿਲਾਂ ਸਾਰਿਆਂ ਸਿੱਧਾਂ ਦੇ ਵਿੱਚੋਂ ਆ ਕਰਕੇ ਗੋਰਖਨਾਥ ਹੀ ਸਤਿਗੁਰਾਂ ਦੇ ਨਾਲ ਵਿਚਾਰ ਚਰਚਾ ਕਰਨ ਲਈ ਆਇਆ ਸੀ। ਪਰ ਸਤਿਗੁਰਾਂ ਦੇ ਮੂਹਰੇ ਕੋਈ ਜ਼ੋਰ ਨਾ ਚੱਲਿਆ। ਵਾਪਸ ਮੁੜਿਆ ਹੁਣ ਈਰਖਾ ਦੇ ਵਸ ਹੋ ਕਰਕੇ ਵਾਰ-ਵਾਰ ਆਪਣੇ ਸਿੱਧਾਂ ਨੂੰ ਸਿਖਾ ਕੇ ਭੇਜਦਾ ਹੈ ਕਿ ਕਿਵੇਂ ਨਾ ਕਿਵੇਂ ਗੁਰੂ ਨਾਨਕ ਦੇਵ ਜੀਆਂ ਨਾਲ ਵਿਚਾਰ ਚਰਚਾ ਕਰੋ, ਜਾਂ ਤਾਂ ਉਹਨਾਂ ਨੂੰ ਸ਼ਮੇਰ ਪਰਬਤ ਤੇ ਆਉਣ ਤੋਂ ਰੋਕ ਦੇਵੋ, ਪਿੱਛੇ ਮੋੜ ਦੇਵੋ। ਜੇਕਰ ਉਹ ਸ਼ਮੇਰ ਪਰਬਤ ਤੇ ਆਉਣ ਤੇ ਮੇਰੇ ਚੇਲੇ ਬਣ ਕੇ ਆਉਣ, ਇੱਥੇ ਨਿਮਰਤਾ ਦੇ ਸਹਿਤ ਆਉਣ। ਸਿੱਧ ਪੁੱਛਦੇ ਨੇ, ਗੋਰਖਨਾਥ ਜੇਕਰ ਉਹ ਤੇਰਾ ਚੇਲਾ ਬਣ ਵੀ ਜਾਵੇਗਾ ਤੇ ਕੀ ਹੋਵੇਗਾ? ਗੋਰਖਨਾਥ ਦੱਸਦਾ ਹੈ, ਵੈਸੇ ਤਾਂ ਸੰਸਾਰ ਵਿੱਚ ਮੇਰੀ ਬੜੀ ਵਡਿਆਈ ਹੈ, ਬੜੀ ਸੋਭਾ ਹੈ, ਪਰ ਜਦੋਂ ਐਸੀਆਂ ਸ਼ਕਤੀਆਂ ਦਾ ਮਾਲਕ ਮੇਰਾ ਚੇਲਾ ਬਣੇਗਾ ਤੇ ਸਾਰੇ ਹੀ ਸੰਸਾਰ ਵਿੱਚ ਮੇਰੀ ਹੋਰ ਵਡਿਆਈ ਹੋਵੇਗੀ। ਬਾਰ-ਬਾਰ ਗੋਰਖਨਾਥ ਦੇ ਚੇਲੇ ਸ਼ੰਕਰਦਾਸ, ਭੰਗਰਦਾਸ ਵਰਗੇ ਸਤਿਗੁਰਾਂ ਦੇ ਨਾਲ ਆ ਕਰਕੇ ਵਿਚਾਰ ਚਰਚਾ ਕਰਦੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਸਾਰਿਆਂ ਹੀ ਸਵਾਲਾਂ ਦੇ ਜਵਾਬ ਬੜੀ ਸ਼ਾਂਤੀ ਦੇ ਨਾਲ ਮਹਾਰਾਜ ਦਿੰਦੇ ਨੇ। ਕਹਿੰਦੇ ਨੇ ਕਿ ਗੋਰਖਨਾਥ ਤੁਹਾਨੂੰ ਮੂਰਖ ਬਣਾ ਰਿਹਾ ਹੈ। ਸਤੋ ਕਿੰਨੇ ਸੋਹਣੇ ਰਾਜ ਭਾਗ ਦੇ ਤੁਸੀਂ ਮਾਲਕ ਸੀ, ਘਰ ਪਰਿਵਾਰ ਸੀ, ਤੁਹਾਡੇ ਘਰਾਂ ਵਾਲੀਆਂ ਸਨ, ਬੱਚੇ ਸਨ, ਕਿੰਨੀ ਸਮੱਗਰੀ ਦੇ ਮਾਲਕ, ਖਜ਼ਾਨਿਆਂ ਦੇ ਮਾਲਕ ਸੀ। ਹੁਣ ਵੇਖੋ ਤੁਹਾਡੇ ਪੱਲੇ ਕੀ ਹੈ? ਕੰਨ ਪਾੜ ਕੇ ਮੁੰਦਰਾਂ ਪਾ ਲਈਆਂ ਨੇ, ਸਰੀਰਾਂ ਦੇ ਉੱਪਰ ਸਵਾਹ ਮਲੀ ਹੋਈ ਹੈ। ਇਸ ਤੋਂ ਵੱਧ ਤੁਹਾਡੇ ਕੋਲ ਕੁਝ ਵੀ ਨਹੀਂ। ਤੇ ਸਿੱਧ ਆ ਕਰਕੇ ਸਤਿਗੁਰਾਂ ਨੂੰ ਕਹਿੰਦੇ ਨੇ, ਸ਼ੰਕਰਦਾਸ ਵਰਗੇ, ਕਿ ਜੇਕਰ ਤੁਸੀਂ ਇੰਨੇ ਕਠਿਨ ਰਸਤੇ ਨੂੰ ਤੈਅ ਕਰਕੇ ਇੱਥੇ ਪਹੁੰਚੇ ਹੋ ਤੇ ਇੱਥੋਂ ਖਾਲੀ ਨਾ ਮੁੜ ਕੇ ਜਾਇਓ। ਕਿਵੇਂ ਨਾ ਖਾਲੀ ਮੁੜ ਕੇ ਜਾਇਓ? ਤੁਸੀਂ ਗੋਰਖਨਾਥ ਨੂੰ ਆਪਣਾ ਗੁਰੂ ਅਪਣਾ ਲਵੋ, ਗੋਰਖਨਾਥ ਨੂੰ ਆਪਣਾ ਗੁਰੂ ਬਣਾ ਲਵੋ। ਜਿਹੜੀ ਜੋਗ ਮਤ ਹੈ ਉਸ ਨੂੰ ਅਪਣਾ ਲਵੋ। ਜਿਹੜੀ ਸਿਰ ਉੱਪਰ ਜਿਹੜੀ ਮੌਤ ਕੂਦਦੀ ਹੈ ਉਹ ਵੀ ਟਲ ਜਾਵੇਗੀ, ਮੌਤ ਦਾ ਡਰ ਨਿਕਲ ਜਾਵੇਗਾ। ਇਸ ਪ੍ਰਕਾਰ ਸਤਿਗੁਰਾਂ ਨੂੰ ਬਾਰ-ਬਾਰ ਆ ਕਰਕੇ ਲਾਲਚ ਦਿੰਦੇ ਨੇ, ਬਾਰ-ਬਾਰ ਆ ਕਰਕੇ ਆਪਣੀ ਮਤ ਅਨੁਸਾਰ ਸਿੱਖਿਆਵਾਂ ਦਿੰਦੇ ਨੇ। ਸਤਿਗੁਰੂ ਜੀ ਕਹਿੰਦੇ, ਇਸ ਸੰਸਾਰ ਤੇ ਉਹ ਮਨੁੱਖ ਦਰਅਸਲ ਖਾਲੀ ਹਨ ਜਿਨ੍ਹਾਂ ਕੋਲ ਭਜਨ ਬੰਦਗੀ ਨਹੀਂ ਹੈ, ਜਿਹੜੇ ਗੁਰੂ ਵਾਲੇ ਨਹੀਂ ਹਨ, ਉਹ ਲੋਕ ਖਾਲੀ ਨੇ। ਤੇ ਜਿਹੜੇ ਲੋਕ ਭਜਨ ਬੰਦਗੀ ਤੋਂ ਖਾਲੀ ਨੇ, ਸੇਵਾ ਸਿਮਰਨ ਤੋਂ ਖਾਲੀ ਨੇ, ਮਹਾਰਾਜ ਕਹਿੰਦੇ ਮੌਤ ਦਾ ਡਰ ਉਹਨਾਂ ਨੂੰ ਹੋਣਾ ਚਾਹੀਦਾ। ਜਿਹੜੇ ਨਾਮ ਜਪਣ ਵਾਲੇ ਨੇ, ਸੇਵਾ ਸਿਮਰਨ ਵਾਲੇ ਨੇ, ਸਤਸੰਗਤ ਕਰਨ ਵਾਲੇ ਨੇ, ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਮੌਤ ਭਲਾ ਕਿਵੇਂ ਡਰਾਵੇਗੀ? ਉਹਨਾਂ ਨੂੰ ਜਮਾਂ ਦਾ ਕੀ ਡਰ ਹੋਵੇਗਾ ਜਿਹੜੇ ਗੁਰੂ ਵਾਲੇ ਨੂੰ ਬੈਠੇ ਨੇ। ਇਸ ਪ੍ਰਕਾਰ ਵਾਰ-ਵਾਰ ਆ ਕਰਕੇ ਸਤਿਗੁਰਾਂ ਤਾਈਂ ਜਿਹੜੇ ਸਿੱਧ ਨੇ ਗੋਰਖਨਾਥ ਦੀਆਂ ਸਿਖਾਈਆਂ ਗੱਲਾਂ, ਦਿੱਤੇ ਹੋਏ ਸਵਾਲ ਆਪਣੀ ਸ਼ਕਤੀ ਸਤਿਗੁਰਾਂ ਤਾਈਂ ਵਰਤਦੇ ਨੇ। ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੈਠ ਕਰਕੇ ਆਨੰਦ ਦੇ ਸਹਿਤ ਉਹਨਾਂ ਦਾ ਜਵਾਬ ਦਿੰਦੇ ਨੇ। ਇਸ ਤਰ੍ਹਾਂ ਵਿਚਾਰ ਚਰਚਾ ਪਿਛਲੇ ਦੀਵਾਨਾਂ ਵਿੱਚ ਚੱਲਦੀ ਆਈ ਹੈ। ਆਓ ਜੋ ਆਉਣ ਵਾਲਾ ਇਤਿਹਾਸ ਹੈ, ਨਵੇਂ ਅਧਿਆਏ ਦੀ ਆਰੰਭਤਾ ਦੇ ਵਿੱਚ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਆਉਣ ਵਾਲਾ ਗੁਰ ਇਤਿਹਾਸ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਪੰਡਤ ਗੋਬਿੰਦ ਸਿੰਘ ਪਦ ਅਰਬਿੰਦ। ਕਵੀ ਸੰਤੋਖ ਸਿੰਘ ਜੀ
ਨਵੇਂ ਅਧਿਆਏ ਦੀ ਆਰੰਭਤਾ ਦੇ ਉੱਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਚਰਨਾਂ ਦਾ ਮੰਗਲ ਕਰਦੇ ਕਹਿੰਦੇ ਨੇ, ਬੰਦਤ ਗੋਬਿੰਦ ਸਿੰਘ ਪਦ ਅਰਵਿੰਦ। ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਜੋ ਚਰਨ ਕਮਲ ਹਨ, ਉਹਨਾਂ ਦੇ ਉੱਪਰ ਮੇਰੀ ਨਮਸਕਾਰ ਹੈ। ਦੁਖ ਦੁੰਦ ਕੋ ਨਿਕੰਦ ਗੁਰੂ ਮੇਰੋ ਹੀ ਮੁਕੰਦ ਹੈ। ਕਿਉਂਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਜੋ ਚਰਨ ਹਨ, ਉਹ ਸਮੂਹ ਦੁੱਖਾਂ ਨੂੰ ਕੱਟਣ ਵਾਲੇ ਨੇ। ਤੇ ਮੇਰਾ ਇੱਕੋ ਇੱਕ ਗੁਰੂ ਹੈ, ਜਿਹਨੇ ਆਪਣੇ ਗੁਰਸਿੱਖਾਂ ਤਾਈਂ ਇਸ ਮਾਤ ਲੋਕ ਤੇ ਰਹਿੰਦੇ ਮੁਕਤੀ ਦਾ ਸਾਧਨ ਬਤਾਇਆ ਹੈ, ਮੁਕਤੀ ਦਾ ਸਾਧਨ ਦੱਸਿਆ ਹੈ, ਅੰਮ੍ਰਿਤ ਦੀ ਦਾਤ ਬਖਸ਼ੀ ਹੈ। ਅੰਮ੍ਰਿਤ ਦੀ ਦਾਤ ਜਿਸ ਨੂੰ ਕਵੀ ਜੀ ਕਹਿੰਦੇ ਪ੍ਰਾਪਤ ਹੋ ਜਾਵੇ, ਉਹ ਇਸ ਸੰਸਾਰ ਤੇ ਰਹਿੰਦਾ ਹੋਇਆ ਹੀ ਮੁਕਤ ਹੁੰਦਾ ਹੈ। ਸ੍ਰੀ ਬਾਲਾ ਸੁੰਦਰਵਾਚ ਸੰਧੂ ਗੋਤਨਾ ਸੰਬੰਧ ਰੱਖਣ ਵਾਲੇ ਭਾਈ ਬਾਲਾ ਜੀ ਇਸ ਪ੍ਰਕਾਰ ਜੋ ਅਗਲਾ ਇਤਿਹਾਸ ਗੁਰੂ ਅੰਗਦ ਦੇਵ ਜੀਆਂ ਤਾਈਂ ਸ੍ਰੀ ਖਡੂਰ ਸਾਹਿਬ ਦੀ ਧਰਤੀ ਉੱਪਰ ਸੁਣਾਉਂਦੇ ਨੇ। ਗੋਰਖ ਵਿਚਾਰ ਸਦ ਲੀਨੇ ਹੈ ਹਕਾਰ ਸਭ। ਗੋਰਖਨਾਥ ਨੇ ਆਪਣੇ ਮਨ ਹੀ ਮਨ ਵਿੱਚ ਬੜੀ ਵਿਚਾਰ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਇਸ ਗੁਰੂ ਨਾਨਕ ਨੂੰ ਜਿੱਤਿਆ ਨਹੀਂ ਜਾ ਸਕਦਾ, ਪਰ ਮਨ ਦੇ ਵਿੱਚ ਜੋ ਆਪਣੀ ਜੋਗ ਮਤ ਦਾ ਹੰਕਾਰ ਹੈ ਉਹ ਟਲਦਾ ਨਹੀਂ। ਇਸ ਲਈ ਵਾਰ-ਵਾਰ ਸਿੱਧ ਲੀਨਾ ਹੈ ਹੰਕਾਰ ਸਭ। ਸਾਰਿਆਂ ਹੀ ਸਿੱਧਾਂ ਨੂੰ ਆਵਾਜ਼ ਮਾਰ ਕੇ ਗੋਰਖਨਾਥ ਨੇ ਫਿਰ ਆਪਣੇ ਕੋਲ ਇਕੱਠਾ ਕੀਤਾ ਹੈ। ਆਇ ਸੁਚਾ ਸਭ ਭੇਜਿਓ ਗੋਪੀ ਚੰਦ ਹੈ। ਤੇ ਆਗਿਆ ਦੇ ਕਰਕੇ ਹੁਣ 83 ਸਿੱਧਾਂ ਦੇ ਵਿੱਚ ਹੀ ਰਹਿਣ ਵਾਲਾ ਜਿਹੜਾ ਗੋਪੀ ਚੰਦ ਹੈ, ਬੜੀ ਸ੍ਰੇਸ਼ਟ ਮਤ ਦਾ ਧਾਰਨੀ ਹੈ, ਸ਼ਰਧਾ ਵਾਲਾ ਹੈ, ਉਸ ਨੂੰ ਸਤਿਗੁਰਾਂ ਵੱਲ ਭੇਜਿਆ ਹੈ। ਆਵਤ ਹੀ ਦੇਖ ਕਰ ਕਹੀ ਹੈ ਆਦੇਸ਼। ਆਦੇਸ਼ ਇਹ ਸਿੱਧਾਂ ਦੀ ਬੋਲੀ ਹੈ। ਜਿਵੇਂ ਆਪਾਂ ਨਮਸਕਾਰ ਕਰਦੇ ਹਾਂ, ਫਤਿਹ ਬੁਲਾਉਂਦੇ ਹਾਂ, ਇਹ ਜਿਹੜੇ ਜੋਗ ਮਤ ਦੇ ਲੋਕ ਨੇ ਆਦੇਸ਼ ਆਦੇਸ਼ ਕਹਿੰਦੇ ਨੇ, ਨਮਸਕਾਰ ਨਮਸਕਾਰ ਕਹਿੰਦੇ ਨੇ। ਗੋਪੀ ਚੰਦ ਨੇ ਆ ਕਰਕੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਦਰਸ਼ਨ ਕੀਤੇ ਨੇ, ਨਮਸਕਾਰ ਕੀਤੀ ਹੈ। ਏਕੰਕਾਰ ਕੋ ਆਦੇਸ਼ ਸੁਭਾਗੀ ਸੁਖਕੰਦ ਹੈ। ਸੁੱਖਾਂ ਦੇ ਬੱਦਲ ਗੁਰੂ ਨਾਨਕ ਦੇਵ ਜੀ ਕਹਿੰਦੇ, ਭਾਈ ਨਮਸਕਾਰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਰਨੀ ਚਾਹੀਦੀ ਹੈ, ਜਿਸ ਨੇ ਇਹ ਮਨੁੱਖਾ ਜੀਵਨ ਬਖਸ਼ਿਆ ਹੈ ਅਤੇ ਲੋੜੀ ਦੀਆਂ ਸਾਰੀਆਂ ਹੀ ਜ਼ਰੂਰਤਾਂ ਜੋ ਵਸਤੂਆਂ ਹਨ, ਉਸ ਪਰਮੇਸ਼ਰ ਨੇ ਬਿਨਾਂ ਕੋਈ ਮਾਇਆ ਲਏ ਉਪਲਬਧ ਕੀਤੀਆਂ। ਵੇਖੋ ਵੇਖਣ ਲਈ ਅੱਖਾਂ ਦਿੱਤੀਆਂ ਨੇ, ਇਹਦਾ ਕੋਈ ਮੁੱਲ ਨਹੀਂ ਲਿਆ। ਸੁਣਨ ਲਈ ਕੰਨ ਦਿੱਤੇ ਨੇ, ਚੱਲਣ ਲਈ ਪੈਰ ਦਿੱਤੇ ਨੇ, ਕਿਰਤ ਕਰਨ ਲਈ ਹੱਥ ਦਿੱਤੇ ਨੇ, ਬੋਲਣ ਲਈ ਜ਼ੁਬਾਨ ਦਿੱਤੀ ਹੈ। ਸੋ ਕਿਆ ਵਿਸਰਾ ਜਿਨ ਸਭ ਕੁਛ ਦੀਆ। ਮਹਾਰਾਜ ਕਹਿੰਦੇ ਇਹ ਨਮਸਕਾਰ ਤਾਂ ਸਿੱਧ ਜੀ ਉਸ ਪਰਮੇਸ਼ਰ ਨੂੰ ਕਰਨੀ ਚਾਹੀਦੀ ਹੈ। ਆਇ ਟਿਕ ਬੈਸ ਔਰ ਹਰਖ ਬਸੇਖ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਨੇੜ ਹੋ ਕਰਕੇ ਗੋਪੀ ਚੰਦ ਬੈਠਾ ਹੈ ਅਤੇ ਬਹੁਤਾ ਹੀ ਆਨੰਦ ਵਿੱਚ ਆਇਆ ਹੈ। ਜੈਸੇ ਮਾਤ ਤੰਤ ਦੇਖ ਵਿਕਸਾਤ ਅਰਬਿੰਦ ਹੈ। ਕਵੀ ਜੀ ਕਹਿੰਦੇ ਏਦਾਂ ਖੁਸ਼ੀ ਹੋ ਰਹੀ ਹੈ ਗੋਪੀ ਚੰਦ ਨੂੰ ਸਤਿਗੁਰਾਂ ਦੇ ਨੇੜ ਬੈਠ ਕੇ, ਜਿਵੇਂ ਸੂਰਜ ਨੂੰ ਵੇਖ ਕਰਕੇ ਕਮਲ ਖਿੜਦਾ ਹੈ, ਏਦਾਂ ਗੁਰੂ ਨਾਨਕ ਰੂਪੀ ਗਿਆਨ ਰੂਪੀ ਸੂਰਜ ਨੂੰ ਵੇਖ ਕਰਕੇ ਜਿਹੜੇ ਗੋਪੀ ਚੰਦ ਦਾ ਹਿਰਦੇ ਰੂਪੀ ਕਮਲ ਹੈ ਨਾ, ਉਹ ਇਸ ਪ੍ਰਕਾਰ ਖਿੜਿਆ ਹੈ, ਬਹੁਤਾ ਪ੍ਰਸੰਨ ਹੋਇਆ ਹੈ। ਕੌਣ ਧਿਆਨੀ ਕੌਣ ਗਿਆਨੀ ਕੌਣ ਇਸਨਾਨੀ। ਹੱਥ ਜੋੜੇ ਗੋਪੀ ਚੰਦ ਕਹਿਣ ਲੱਗਾ, ਮਹਾਰਾਜ ਮੇਰੇ ਕੁਝ ਕੁ ਸਵਾਲਾਂ ਦਾ ਕਿਰਪਾ ਕਰਕੇ ਜਵਾਬ ਦਿਓ। ਸਤਿਗੁਰੂ ਜੀ ਦੱਸੋ ਇਸ ਸੰਸਾਰ ਤੇ ਧਿਆਨੀ ਕੌਣ ਹੈ, ਧਿਆਨ ਲਾਉਣ ਵਾਲਾ ਕਿਹੋ ਜਿਹਾ ਹੈ? ਇਸ ਸੰਸਾਰ ਤੇ ਗਿਆਨੀ ਕੌਣ ਹੈ, ਇਸ ਸੰਸਾਰ ਤੇ ਅਸਲ ਇਸ਼ਨਾਨੀ ਕੌਣ ਹੈ? ਕੌਣ ਨਿਰਮਲ ਕੌਣ ਮੋਹਿ ਤਪਾ ਜੀ ਬਤਾਈਏ। ਇਹ ਤਪੇ ਗੁਰੂ ਨਾਨਕ ਦਸਨਾ ਕਰੋ, ਇਸ ਸੰਸਾਰ ਤੇ ਜੋ ਸਦਾ ਹੀ ਨਿਰਮਲ ਰਵੇ ਐਸਾ ਕੌਣ ਹੈ? ਕੌਣ ਸੋ ਜੁਗਤ ਜਾਂਦੇ ਦੀਪਕ ਦੀਪਤ ਹੋਤ। ਮਹਾਰਾਜ ਇੱਕ ਹੋਰ ਸਵਾਲ ਦਾ ਉੱਤਰ ਦੇਵੋ, ਉਹ ਕਿਹੜੀ ਜੁਗਤੀ ਹੈ ਜਿਸ ਦੇ ਨਾਲ ਪਰਮੇਸ਼ਰ ਪਾਇਆ ਜਾਵੇ ਤੇ ਪਰਮੇਸ਼ਰ ਦੇ ਗਿਆਨ ਰੂਪੀ ਦੀਵਾ ਹਿਰਦੇ ਅੰਦਰ ਬਲ ਜਾਵੇ।
ਠਾਕ ਨਹੀਂ ਪਾਈਏ। ਮਹਾਰਾਜ ਐਸਾ ਕਿਹੜਾ ਰਸਤਾ ਹੈ ਜਿਸ ਰਸਤੇ ਜਾਂਦੇ ਜਮ ਤੰਗ ਨਾ ਕਰਨ। ਜਿਹੜੇ ਜਮ ਹਨ ਉਹ ਤੰਗ ਨਾ ਕਰਨ, ਬੰਦਾ ਸਿੱਧੇ ਸਿੱਧੇ ਚੱਲਦਾ ਰਹੇ, ਕੋਈ ਰੁਕਾਵਟ ਨਾ ਆਵੇ, ਪਰਮੇਸ਼ਰ ਦੀ ਦਰਗਾਹ ਵਿੱਚ ਜਾਵੇ ਜੀ। ਕੌਣ ਕਰ ਐਸੋ ਸੁਖ ਪਾਏ ਜਹਾਂ ਬੈਸੇ ਮਿਤ। ਮਹਾਰਾਜ ਐਸੀ ਕਿਹੜੀ ਅਵਸਥਾ ਹੈ, ਕਿਹੜਾ ਘਰ ਹੈ ਜਿਸ ਘਰ ਰੂਪੀ ਅਵਸਥਾ ਦੇ ਵਿੱਚ ਬੈਠ ਕਰਕੇ ਮਨੁੱਖ ਨੂੰ ਹਮੇਸ਼ਾ ਸੁੱਖ ਹੀ ਸੁੱਖ ਪ੍ਰਾਪਤ ਹੋਣ, ਹਰ ਰੋਜ਼ ਸੁੱਖ ਹੀ ਪ੍ਰਾਪਤ ਹੋਣ ਜੀ। ਪਾਏ ਕਿਸ ਖਿਤ ਕੋ ਨਾ ਬਹੁਰ ਡੁਲਾਈਏ। ਮਹਾਰਾਜ ਐਸੀ ਕਿਹੜੀ ਅਵਸਥਾ ਹੈ ਜਿਸ ਵਿੱਚ ਮਨੁੱਖ ਪਹੁੰਚ ਕਰਕੇ ਸਥਿਰ ਹੋ ਜਾਂਦਾ ਹੈ, ਟਿਕ ਹੋ ਜਾਂਦਾ ਹੈ, ਸੰਸਾਰ ਦੇ ਪਦਾਰਥਾਂ ਨੂੰ ਵੇਖ ਕਰਕੇ ਡੋਲਦਾ ਨਹੀਂ, ਦੁੱਖ ਦੇ ਵਿੱਚ ਦੁਖੀ ਨਹੀਂ ਹੁੰਦਾ ਅਤੇ ਸੁੱਖ ਦੇ ਵਿੱਚ ਸੁਖੀ ਨਹੀਂ ਹੁੰਦਾ। ਐਸੀ ਕਿਹੜੀ ਅਵਸਥਾ ਹੈ, ਦੱਸਣਾ ਕਰੋ ਜੀ। ਦੰਭ ਕੋ ਨਿਕੰਦ ਗੁਰ ਕਿੰਕਰ ਮੁਕੰਦ। ਦੰਭ ਪਖੰਡਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੇ। ਸੁਣ ਬੋਲੇ ਗੋਪੀ ਚੰਦ ਸੋ ਆਨੰਦ ਨਿਕੰਦ ਦਾਈਏ। ਆਨੰਦ ਦੇ ਬੱਦਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੋਪੀ ਚੰਦ ਦੇ ਇਹਨਾਂ ਸਵਾਲਾਂ ਨੂੰ ਸੁਣ ਕਰਕੇ ਬੋਲੇ ਨੇ। ਸਬਦ ਨਾ ਖੋਵੇ ਧਿਆਨੀ ਗੁਰਮੁਖ ਗਿਆਨੀ ਹੋਵੇ। ਮਹਾਰਾਜ ਕਹਿੰਦੇ ਜਿਹੜਾ ਸਤ ਸੰਗਤ ਦੇ ਵਿੱਚ ਆ ਕਰਕੇ ਬੈਠੇ ਤੇ ਬੈਠ ਕਰਕੇ ਜਿਹੜਾ ਸਮੇਂ ਦਾ ਕਥਾ ਕੀਰਤਨ ਗੁਰਬਾਣੀ ਚੱਲਦੀ ਹੋਵੇ ਨਾ, ਉਹਦੇ ਵਿੱਚ ਧਿਆਨ ਜੋੜ ਕੇ ਰੱਖੇ, ਆਪਣਾ ਧਿਆਨ ਖੋਵੇ ਨਾ। ਇਹ ਨਾ ਹੋਵੇ ਕਿ ਜਿਹੜਾ ਤਨ ਹੈ ਉਹ ਤਾਂ ਸਤ ਸੰਗਤ ਦੇ ਵਿੱਚ ਬੈਠਾ ਹੋਵੇ ਤੇ ਜਿਹੜਾ ਮਨ ਹੈ ਉਹ ਦੇਸ਼ਾਂ ਵਿਦੇਸ਼ਾਂ ਵਿੱਚ ਉਡਾਰੀਆਂ ਮਾਰਦਾ ਹੈ। ਜਿਹੜਾ ਮਨ ਹੈ ਉਹ ਘਰਦਿਆਂ ਕੰਮਾਂ ਕਾਰਜਾਂ ਵਿੱਚ ਜਾਂ ਦੁੱਖਾਂ ਸੁੱਖਾਂ ਵਿੱਚ ਉਡਾਰੀਆਂ ਮਾਰਦਾ ਹੈ। ਸਤਿਗੁਰੂ ਜੀ ਕਹਿੰਦੇ ਅਸਲ ਧਿਆਨੀ ਗੋਪੀ ਚੰਦ ਉਹੀ ਹੈ ਜੋ ਧਿਆਨ ਜੋੜੇ, ਗੁਰ ਸ਼ਬਦ ਦੇ ਨਾਲ, ਗੁਰੂ ਦੇ ਨਾਲ ਧਿਆਨ ਜੋੜੇ। ਅਸਲ ਧਿਆਨੀ ਉਹ ਹੈ ਗੁਰਮੁਖ ਗਿਆਨੀ, ਜਿਹਦਾ ਮੁਖ ਗੁਰੂ ਵੱਲ ਹੋਵੇ। ਗੁਰਮੁਖ, ਜਿਹਦਾ ਮੁਖ ਗੁਰੂ ਵੱਲ ਹੋਵੇ, ਉਹੀ ਅਸਲ ਗਿਆਨੀ ਹੈ, ਜਿਹੜਾ ਗੁਰੂ ਦੀ ਗੱਲ ਕਰੇ। ਸਤਿਗੁਰੂ ਜੀ ਕਹਿੰਦੇ ਆਪਣੀ ਮਨ ਮਰਜ਼ੀ ਨਾ ਕਰੇ, ਮਨ ਮਤ ਨਾ ਕਰੇ, ਗੁਰਮਤ ਅਨੁਸਾਰ ਜੀਵਨ ਬਤੀਤ ਕਰੇ, ਗੁਰੂ ਵੱਲ ਮੁਖ ਰਹੇ, ਉਹੀ ਅਸਲ ਗਿਆਨੀ ਹੈ। ਨਿਰਮਲ ਸੋਈ ਗੁਰਬਾਣੀ ਏਕ ਲਾਭਈ। ਮਹਾਰਾਜ ਕਹਿੰਦੇ ਜਿਹੜਾ ਸਦੀਵ ਹੀ ਨਿਰਮਲ ਰਹਿੰਦਾ ਹੈ, ਹਮੇਸ਼ਾ ਹੀ ਨਿਰਮਲ ਰਹਿੰਦਾ ਹੈ, ਗੁਰਬਾਣੀ ਹੇਤ ਲਾਭ, ਜਿਹਦੇ ਗੁਰਬਾਣੀ ਨਾਲ ਅੰਤਾਂ ਦਾ ਪਿਆਰ ਹੋ, ਜਿਹੜਾ ਹਰ ਵਕਤ ਹਰ ਰੋਜ਼ ਸਹਿਜ ਪਾਠ ਕਰਦਾ ਹੋ, ਹਰ ਰੋਜ਼ ਅੰਮ੍ਰਿਤ ਵੇਲੇ 5 ਗੁਰਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਰਹਿਰਾਸ ਦਾ ਫਿਕਰ ਹੋਵੇ, ਰਾਤ ਨੂੰ ਕੀਰਤਨ ਸੋਹਿਲੇ ਦਾ ਫਿਕਰ ਹੋਵੇ, ਜਿਹੜਾ ਗੁਰਬਾਣੀ ਦਾ ਫਿਕਰ ਕਰੇ, ਪ੍ਰੇਮ ਕਰੇ ਉਸ ਨਾਲ, ਮਹਾਰਾਜ ਕਹਿੰਦੇ ਹਮੇਸ਼ਾ ਹੀ ਉਹ ਨਿਰਮਲ ਹੈ। ਅਠ ਤੀਰਥ ਸਨਾਨੀ ਤੁਮ ਜਾਣੋ। ਮਹਾਰਾਜ ਕਹਿੰਦੇ ਜਿਹੜੇ 68 ਤੀਰਥ ਹਨ ਨਾ, ਉਹਨਾਂ ਦਾ ਇਸ਼ਨਾਨੀ ਹੈ ਜੋ, ਉਹ ਐਸਾ ਜਾਣ ਲਵੋ। ਸੋ ਸਾਦਾ ਸਮੇਤ ਗੁਰੂ ਦਰਸ਼ਨ ਪਾਵਈ। ਮਹਾਰਾਜ ਕਹਿੰਦੇ ਜਿਹੜੇ ਗੁਰੂ ਸ਼ਰਧਾ ਸਮੇਤ, ਜਿਹੜਾ ਸ਼ਰਧਾ ਦੇ ਨਾਲ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਆ ਕਰਕੇ ਦਰਸ਼ਨ ਕਰੇ, ਉਹੀ 68 ਤੀਰਥਾਂ ਦਾ ਇਸ਼ਨਾਨੀ ਮੰਨਿਆ ਜਾਂਦਾ ਹੈ। 4 ਪ੍ਰਕਾਰ ਦੇ ਸੰਗਤ ਜੀ ਦਰਸ਼ਨ ਹੁੰਦੇ ਨੇ, ਚਿੱਤਰ ਦਰਸ਼ਨ, ਸ਼ਰਵਣ ਦਰਸ਼ਨ, ਸੁਣਨ ਦਰਸ਼ਨ ਅਤੇ ਪ੍ਰਤੱਖ ਦਰਸ਼ਨ। ਇਹ 4 ਤਰ੍ਹਾਂ ਦੇ ਦਰਸ਼ਨ ਹੁੰਦੇ। ਜਿਹੜਾ ਪਹਿਲਾ ਦਰਸ਼ਨ ਹੈ ਚਿੱਤਰ ਦਰਸ਼ਨ, ਜਿਹਨੂੰ ਆਪਾਂ ਕਹਿ ਲਈਏ ਕਿ ਮੂਰਤ ਦੇ ਵਿੱਚੋਂ ਗੁਰੂ ਦੀ ਮੂਰਤ ਨੂੰ ਵੇਖਣਾ, ਫੋਟੋ ਦੇ ਵਿੱਚੋਂ ਗੁਰੂ ਨੂੰ ਤੱਕਣਾ, ਇਹ ਹੈ ਚਿੱਤਰ ਦਰਸ਼ਨ। ਦੂਜਾ ਹੈ ਸੁਪਨ ਦਰਸ਼ਨ। ਸੁਪਨੇ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ, ਗੁਰੂ ਨਾਨਕ ਦੇਵ ਜੀਆਂ ਨੇ ਆ ਕਰਕੇ ਦਰਸ਼ਨ ਬਖਸ਼ਣੇ, ਸੁਪਨੇ ਦੇ ਵਿੱਚ ਗੁਰੂ ਨੂੰ ਮਿਲਣਾ, ਇਹ ਹੈ ਸੁਪਨਾ ਦਰਸ਼ਨ। ਸ਼ਰਵਣ ਦਰਸ਼ਨ ਕੀ ਹੈ, ਜੋ ਆਪ ਜੀ ਕਰ ਰਹੇ ਹੋ। ਜਿਵੇਂ ਸਤ ਸੰਗਤ ਦੇ ਵਿੱਚ ਬੈਠੀਏ, ਕੋਈ ਕਥਾ ਕੀਰਤਨ ਚੱਲਦੀ ਹੋਵੇ, ਜਿਵੇਂ ਜਿਵੇਂ ਕਥਾ ਚੱਲੇ ਉਵੇਂ ਉਵੇਂ ਮਨ ਦੇ ਅੰਦਰ ਖਿਆਲ ਆਉਣ। ਜਿਵੇਂ ਪਹਾੜਾਂ ਦੀ ਗੱਲ ਚੱਲੇ ਤੇ ਮਨ ਦੇ ਵਿੱਚ ਪਹਾੜ ਆ ਜਾਣ, ਗੁਰੂ ਸਾਹਿਬ ਜੀ ਪਹਾੜ ਉੱਪਰ ਬਿਰਾਜੇ, ਇਹ ਕਥਾ ਚੱਲੇ ਤੇ ਬਿਰਾਜੇ ਹੀ ਨਜ਼ਰ ਆਉਣ। ਇਸ ਪ੍ਰਕਾਰ ਇਹ ਹੈ ਸੁਪਨਾ ਦਰਸ਼ਨ। ਤੇ ਪ੍ਰਤੱਖ ਦਰਸ਼ਨ ਜੋ ਆਪ ਜੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਕਰ ਰਹੇ ਹੋ, ਜਾਂ ਕੁਝ ਗੁਰਸਿੱਖਾਂ ਨੂੰ ਆਨ ਕਰਕੇ ਜੋ ਮਹਾਂਪੁਰਖ ਹੋਏ ਨੇ,
ਆਪ ਗੁਰੂ ਕਲਗੀਧਰ ਨੇ ਆ ਕਰਕੇ ਦਰਸ਼ਨ ਬਖਸ਼ੇ ਨੇ। ਇਹ ਹੁੰਦੇ ਨੇ ਸੰਗਤ ਜੀ ਪ੍ਰਤੱਖ ਦਰਸ਼ਨ। ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਅਸਲ ਹੈ ਨਾ, ਜੋ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਆਉਂਦਾ ਹੈ, ਜਾਣੋ ਉਹ 68 ਤੀਰਥਾਂ ਦੇ ਦਰਸ਼ਨ, 68 ਤੀਰਥਾਂ ਦਾ ਇਸ਼ਨਾਨੀ ਹੋਵੇ ਜੀ। ਸੀਤੋ ਜੋ ਕਮਲ ਹੋਤ ਜਾਗੇ ਤਬ ਦੀਪ ਜੋਤ। ਇਸ ਤਰ੍ਹਾਂ ਭਾਵਨਾ ਰੱਖਣ ਵਾਲੇ ਗੁਰਸਿੱਖ ਦਾ ਜਦੋਂ ਜਿਹੜਾ ਹਿਰਦੇ ਰੂਪੀ ਕਮਲ ਹੈ ਪਰਮੇਸ਼ਰ ਰੂਪੀ ਸੂਰਜ ਵੱਲ ਸਿੱਧਾ ਹੋ ਜਾਂਦਾ ਹੈ। ਭਾਵੀ ਮਨ ਮਾਨੈ ਗੈਰ ਠਾਕ ਬਿਨ ਜਾਵਈ। ਮਹਾਰਾਜ ਕਹਿੰਦੇ ਫੇਰ ਉਹਦੇ ਅੰਦਰ ਗਿਆਨ ਰੂਪੀ ਦੀਵਾ ਬਲਦਾ ਹੈ। ਭਾਵੇਂ ਮਨ ਮਾਨੈ ਗੱਲ ਖਾਕ ਬਿਨ ਜਾਵਈ, ਤੇ ਉਹ ਦਰਗਾਹ ਵੱਲ ਪਰਮਾਰਥ ਦੇ ਰਸਤੇ ਵੱਲ ਮਹਾਰਾਜ ਕਹਿੰਦੇ ਬਿਨਾਂ ਰੁਕਾਵਟ ਤੋਂ ਜਾਂਦਾ ਹੈ। ਤੇ ਕੋਟੀ ਕੋ ਭੇਦ ਸੁਖ ਪਾਵਤ ਅਛੇਦ ਨਿਤ। ਤੇ ਫਿਰ ਐਸਾ ਗਿਆਨੀ, ਐਸਾ ਧਿਆਨੀ, ਐਸਾ ਇਸ਼ਨਾਨੀ ਹੀ ਸਤਿਗੁਰੂ ਜੀ ਕਹਿੰਦੇ 10 ਦਵਾਰ ਅੰਦਰ ਭੇਦ ਹੁੰਦਾ ਹੈ ਤੇ ਸੁਖ ਪਾਉਂਦਾ ਹੈ। ਕੋਈ ਹੈ ਸਥਿਤ ਨਹੀਂ ਬੋਹਰ ਡੁਲਾਵਈ। ਤੇ 10ਵੇਂ ਦਵਾਰ ਅੰਦਰ ਜਿਹੜਾ ਪਹੁੰਚ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਸਥਿਰ ਹੋ ਜਾਂਦਾ ਹੈ, ਫਿਰ ਕਦੇ ਡੋਲਦਾ ਨਹੀਂ। ਜਿਹੜੇ ਸੰਸਾਰ ਦੇ ਵਿਕਾਰ ਹਨ, ਵਿਸ਼ੇ ਹਨ, ਮਾਇਆ ਹੈ, ਉਸ ਨੂੰ ਡੁਲਾ ਨਹੀਂ ਸਕਦੀ। ਗੋਪੀ ਚੰਦ ਹੱਥ ਬੰਦ ਬੋਲੇ ਸੁਖੰਦ ਸੰਗ। ਇਸ ਪ੍ਰਕਾਰ ਜਦੋਂ ਗੋਪੀ ਚੰਦ ਨੂੰ ਆਪਣਿਆਂ ਸਵਾਲਾਂ ਦੇ ਜਵਾਬ ਮਿਲ ਗਏ, ਹੱਥ ਜੋੜੇ ਸਤਿਗੁਰਾਂ ਤਾਈਂ ਬੋਲਿਆ ਹੈ। ਚਲੋ ਸਿੱਧ ਮੰਡਲੀ ਮੈਂ ਦਰਸ਼ਨ ਦੀਜੀਏ। ਕਹਿਣ ਲੱਗਾ ਹੈ ਗੁਰੂ ਨਾਨਕ ਹੁਣ ਵਾਰੀ ਵਾਰੀ ਤੇਰੇ ਕੋਲ ਸਿੱਧ ਆਉਂਦੇ ਨੇ, ਆਪ ਜੀ ਕਿਰਪਾ ਕਰੋ। ਸਾਡੀ ਸਿੱਧਾਂ ਦੀ ਜਿਹੜੀ ਮੰਡਲੀ ਹੈ ਨਾ, ਜਿੱਥੇ ਸਾਰੇ ਹੀ ਸਿੱਧ ਸ਼ਮੇਰ ਪਰਬਤ ਤੇ ਬੈਠੇ ਨੇ, ਕਿਰਪਾ ਕਰਕੇ ਆਪ ਜੀ ਮੇਰੇ ਨਾਲ ਉੱਥੇ ਚੱਲਣਾ ਕਰੋ ਜਿੱਥੇ ਸਾਰੇ ਹੀ ਸਿੱਧ ਗੋਰਖਨਾਥ ਜੀ ਵਿਰਾਜੇ ਨੇ। ਹੋਣਗੇ ਆਨੰਦ ਤੇਰੇ ਪਦ ਅਰਬਿੰਦ ਵਿਖ। ਮਹਾਰਾਜ ਆਪ ਜੀਆਂ ਦੇ ਚਰਨ ਕਮਲਾਂ ਦੇ ਦਰਸ਼ਨ ਕਰਕੇ ਜਿਹੜੇ ਸਾਰੇ ਹੀ ਸਿੱਧ ਨਿਹਾਲ ਹੋ ਜਾਣਗੇ ਜੀ। ਵਿਖ ਦੁਖ ਕੇ ਨਿਕੰਦ ਬੈਣ ਸੁਣੀਏ ਕਹੀਜੀਏ। ਮਹਾਰਾਜ ਆਪ ਜੀ ਦੁੱਖਾਂ ਨੂੰ ਕੱਟਣ ਵਾਲੇ ਹੋ, ਸਮੇਰ ਪਰਬਤ ਤੇ ਆਵੋ ਮੇਰੇ ਨਾਲ। ਉੱਥੇ ਬੈਠ ਕੇ ਸਾਰੇ ਹੀ ਵਿਚਾਰ ਚਰਚਾ ਕਰਦੇ ਆ। ਕੁਝ ਤੁਸੀਂ ਆਪਣੀਆਂ ਦੱਸਿਓ, ਕੁਝ ਤੁਸੀਂ ਸਾਡੀਆਂ ਸੁਣਿਓ। ਇਸ ਪ੍ਰਕਾਰ ਜਿਹੜੇ ਸਾਡੇ ਦੁੱਖ ਹਨ ਨਾ ਸਿੱਧਾਂ ਦੇ, ਆਪ ਜੀਆਂ ਦੇ ਦਰਸ਼ਨ, ਆਪ ਜੀਆਂ ਦੇ ਵਚਨਾਂ ਨਾਲ ਕੱਟ ਹੋਣਗੇ। ਕਹਿਓ ਮੰਦ ਮੰਦ ਆਵੇ ਹੁਣ ਪੰਦ ਮਾਹੇ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਗੋਪੀ ਚੰਦ ਜੀ ਅਸੀਂ ਹੌਲੀ ਹੌਲੀ ਇਸ ਰਸਤੇ ਉੱਪਰ ਚੱਲਦੇ ਆਵਾਂਗੇ। ਦੇਖੋ ਜਿੱਥੇ ਬੈਠ ਕਰਕੇ ਭਗਤਾਂ ਮਹਾਂਪੁਰਖਾਂ ਨੇ ਭਗਤੀ ਕੀਤੀ ਹੈ, ਉਹਨਾਂ ਥਾਵਾਂ ਦੇ ਦਰਸ਼ਨ ਭਾਈ ਬਾਲੇ ਮਰਦਾਨੇ ਨੂੰ ਕਰਵਾਉਂਦੇ ਹੋਏ ਅਸੀਂ ਸ਼ਮੇਰ ਪਰਬਤ ਵੱਲ ਆ ਰਹੇ ਹਾਂ। ਚਲੋ ਗੋਪੀ ਚੰਦ ਸੁਧ ਸਿੱਧਨ ਭਨੀਜੀਏ। ਗੋਪੀ ਚੰਦ ਜੀ ਤੁਸੀਂ ਜਾਣਾ ਕਰੋ, ਜਾ ਕਰਕੇ ਸਾਰਿਆਂ ਹੀ ਸਿੱਧਾਂ ਨੂੰ ਗੋਰਖਨਾਥ ਨੂੰ ਖਬਰ ਦੇ ਦੇਵੋ ਕਿ ਗੁਰੂ ਨਾਨਕ ਦੇਵ ਜੀ ਆ ਰਹੇ ਨੇ। ਕਰ ਪਦ ਬੰਧਨ ਕੋ ਗਇਓ ਗਿਰ ਕੰਚਨ ਪੈ। ਇਸ ਪ੍ਰਕਾਰ ਗੋਪੀ ਚੰਦ ਸਤਿਗੁਰਾਂ ਦੇ ਜਵਾਬ ਸੁਣ ਕਰਕੇ ਚਰਨਾਂ ਤੇ ਨਮਸਕਾਰ ਕੀਤੀ ਹੈ, ਵਾਪਸ ਗੋਰਖਨਾਥ ਕੋਲ ਗਿਆ ਹੈ। ਗੋਰਖ ਜੀ ਨਾਨਕ ਕੀ ਸਦ ਮੋਤੇ ਲੀਜੀਏ। ਤੇ ਜਾ ਕੇ ਕਹਿਣ ਲੱਗਾ ਹੈ ਗੋਰਖਨਾਥ ਜਿਹੜੀ ਖਬਰ ਮੈਂ ਗੁਰੂ ਨਾਨਕ ਦੀ ਲੈ ਕੇ ਆਇਆ ਤੂੰ ਮੇਰੇ ਕੋਲੋਂ ਸੁਣਨਾ ਕਰ। ਸਵਈਆ ਪੂਜਨ ਜੋਗ ਹੀ ਜਨ ਤਾਹੇ ਕੋ। ਬਸ ਗੁਰੂ ਨਾਨਕ ਦੇਵ ਜੀ ਨਾਲ ਕੋਈ ਵਿਚਾਰ ਨਹੀਂ ਹੋ ਸਕਦੀ, ਚਰਚਾ ਨਹੀਂ ਹੋ ਸਕਦੀ, ਝਗੜਾ ਨਹੀਂ ਹੋ ਸਕਦਾ। ਇੱਕੋ ਹੀ ਕੰਮ ਉਹਨਾਂ ਨਾਲ ਤਾਂ ਹੋ ਸਕਦਾ ਹੈ। ਗੋਰਖਨਾਥ ਕਹਿੰਦਾ ਭਲਾ ਉਹ ਕੀ? ਕਹਿੰਦਾ ਉਹਨਾਂ ਦੇ ਚਰਨਾਂ ਦੀ ਤਾਂ ਸਿਰਫ ਔਰ ਸਿਰਫ ਪੂਜਾ ਹੀ ਕੀਤੀ ਜਾ ਸਕਦੀ ਹੈ। ਪੂਜਣ ਯੋਗ ਹੀ ਜਨ ਹੁੰਦਾ ਹੈ। ਜੇਕਰ ਉਹਨਾਂ ਨੂੰ ਜਾਣਨਾ ਹੈ ਤੇ ਉਹ ਤਾਂ ਸਾਡੇ ਪੂਜਨੀਕ ਨੇ, ਉਹਨਾਂ ਦੀ ਅਸੀਂ ਪੂਜਾ ਹੀ ਕਰ ਸਕਦੇ ਹਾਂ। ਆਪ ਹੀ ਜਾਤ ਨ ਆਨਾ। ਉਹਨਾਂ ਨੂੰ ਸੱਦ ਕੇ ਲਿਆਉਣ ਦੀ ਲੋੜ ਨਹੀਂ, ਉਹ ਕੋਈ ਤੁਹਾਡੇ ਤੋਂ ਡਰਦੇ ਨਹੀਂ, ਉਹ ਤਾਂ ਆਪ ਹੀ ਚੱਲੇ ਆਉਂਦੇ ਨੇ। ਮੈਨੂੰ ਸੁਨੇਹਾ ਦੇ ਕੇ ਘੱਲਿਆ ਏ ਕਿ ਜਾ ਕਰਕੇ ਗੋਰਖਨਾਥ ਨੂੰ ਦੱਸ ਦੇਵੋ ਅਸੀਂ ਆ ਰਹੇ ਹਾਂ। ਇਸ ਲਈ ਉਹ ਆਪ ਹੀ ਆਉਂਦੇ ਨੇ। ਕਾਲ ਭਿਆਨ ਮਹਾ। ਜਿਹੜਾ ਕਲਯੁਗ ਦਾ ਸਮਾਂ ਹੈ ਨਾ ਗੋਰਖਨਾਥ ਜੀ ਬੜਾ ਭਿਆਨਕ ਹੈ। ਨਰ ਤਾਰਨ ਕੋ ਅਵਤਾਰ
ਲੋਕਾਂ ਨੂੰ ਨਰ ਮਨੁੱਖਾਂ ਨੂੰ ਤਾਰਨ ਵਾਸਤੇ ਆਇਆ ਹੈ, ਇਹ ਮੈਂ ਪਹਿਚਾਣ ਲਿਆ ਹੈ। ਗੋਰਖ ਬੈਨ ਭਨੈ ਸੁਣ ਕੇ ਇਸ ਪ੍ਰਕਾਰ ਗੋਪੀ ਚੰਦ ਦੇ ਮੁਖੋਂ ਸਤਿਗੁਰਾਂ ਦੀਆਂ ਵਡਿਆਈਆਂ ਸੁਣ ਕਰਕੇ ਗੋਰਖਨਾਥ ਬੋਲਿਆ ਹੈ। ਤਹ ਜਾਣਤ ਹੋ ਨਹਿ ਮੋਹਿ ਅਜਾਨਾ। ਕਹਿਣ ਲੱਗਾ ਗੋਪੀ ਚੰਦ, ਮੈਂ ਕੋਈ ਅਣਜਾਣ ਥੋੜੀ ਹਾਂ, ਮੈਂ ਵੀ ਜਾਣਦਾ ਹਾਂ ਗੁਰੂ ਨਾਨਕ ਕਿਹੜੀਆਂ ਸ਼ਕਤੀਆਂ ਦਾ ਮਾਲਕ ਹੈ। ਤੁਸੀਂ ਤਾਂ ਉਹਨੂੰ ਜਾ ਕੇ ਅੱਜ ਮਿਲੇ ਹੋ, ਮੈਂ ਤਾਂ ਉਹਨੂੰ ਬਹੁਤ ਸਮਾਂ ਪਹਿਲਾਂ ਹੀ ਮਿਲ ਚੁੱਕਾ ਹਾਂ। ਸਭ ਤੋਂ ਪਹਿਲਾਂ ਮੈਂ ਹੀ ਜਾ ਕੇ ਚਰਚਾ ਕੀਤੀ ਸੀ, ਮੈਂ ਜਾਣਦਾ ਹਾਂ ਉਹਨਾਂ ਬਾਰੇ, ਮੈਂ ਕੋਈ ਅਣਜਾਣ ਨਹੀਂ। ਸਿੱਧਨ ਮੈਂ ਵੱਡ ਮਨ ਕੁੱਤੋ ਤਿਸ। ਪਰ ਗੋਪੀ ਚੰਦ ਆਪਣੇ ਸਿੱਧਾਂ ਦੇ ਵਿੱਚ ਬਹੁਤਾ ਹੰਕਾਰ ਪੈਦਾ ਹੋ ਗਿਆ ਸੀ, ਬੜਾ ਮਾਣ ਪੈਦਾ ਹੋ ਗਿਆ ਸੀ। ਸਿੱਧੇ ਮੂੰਹ ਨਹੀਂ ਬੋਲਦੇ ਸਾਨਾ। ਤਿਸ ਨਾਸਨ ਕਹਿਤ ਦੂਸਨ ਠਾਨਾ। ਇਹਨਾਂ ਦਾ ਹੰਕਾਰ ਨਾਸ਼ ਕਰਨ ਵਾਸਤੇ ਮੈਂ ਬਾਰ-ਬਾਰ ਗੁਰੂ ਨਾਨਕ ਦੇਵ ਜੀਆਂ ਕੋਲ ਇਹਨਾਂ ਨੂੰ ਘੱਲਦਾ ਹਾਂ ਤੇ ਮੈਂ ਆਪ ਚੁੱਪ ਧਾਰਨ ਕਰਕੇ ਰੱਖੀ ਹੈ। ਨਹੀਂ ਦਿਲ ਤਾਂ ਮੇਰਾ ਵੀ ਬਹੁਤ ਕਰਦਾ ਹੈ ਕਿ ਉੱਚੀ ਉੱਚੀ ਬੋਲ ਕੇ ਇਹਨਾਂ ਸਿੱਧਾਂ ਦੇ ਵਿੱਚ ਗੁਰੂ ਨਾਨਕ ਦੀਆਂ ਵਡਿਆਈਆਂ ਕਰਾਂ, ਪਰ ਇਹ ਹੰਕਾਰੀ ਨੇ ਹੰਕਾਰੀ ਰਹਿ ਜਾਣ। ਇਸ ਲਈ ਇਹਨਾਂ ਨੂੰ ਗੁਰੂ ਨਾਨਕ ਦੇ ਕੋਲ ਘੱਲਦਾ ਹਾਂ ਕਿ ਇਹਨਾਂ ਦਾ ਹੰਕਾਰ ਨਾਸ਼ ਹੋ ਜਾਵੇਗਾ, ਇਹਨਾਂ ਦਾ ਭਲਾ ਹੋਵੇਗਾ। ਈਸ਼ਵਰਨਾਥ ਸਮੀਪ ਬੁਲਾਏ ਗਏ। ਇੰਨੇ ਕੁ ਸਮੇਂ ਨੂੰ ਗੋਰਖਨਾਥ ਨੇ ਆਵਾਜ਼ ਮਾਰ ਕੇ ਈਸ਼ਵਰਨਾਥ ਨਾਮ ਦਾ ਸਿੱਧ ਜੋਗੀ ਕੋਲ ਬੁਲਾਇਆ ਹੈ। ਗੋਰਖਨਾਥ ਨੇ ਆਇਸ ਦੇਨੀ। ਤੇ ਗੋਰਖਨਾਥ ਨੇ ਉਸ ਨੂੰ ਆਗਿਆ ਦਿੱਤੀ ਹੈ ਜਾਹੋ ਤਪੇ ਢਕ ਤਾਹੇ ਬਿਲੋ ਕਹੋ ਕਿ ਈਸ਼ਵਰਨਾਥ ਹੁਣ ਤੁਸੀਂ ਜਾਵੋ, ਜਾ ਕਰਕੇ ਗੁਰੂ ਨਾਨਕ ਦੇਵ ਜੀਆਂ ਦੇ ਕੋਲ ਜਾ ਕਰਕੇ ਚਰਚਾ ਕਰੋ ਜੀ। ਬਾਤ ਵਿਖੇ ਮਤ ਜਾਹੇ ਪਰ ਬੀਮੀ। ਉਹਨਾਂ ਨਾਲ ਜਾ ਕੇ ਵਿਚਾਰ ਚਰਚਾ ਕਰੋ, ਕਿਉਂਕਿ ਤੁਹਾਡੀ ਜਿਹੜੀ ਮਤ ਹੈ ਉਹ ਬੜੀ ਤਿੱਖੀ ਹੈ, ਬੜੀ ਤੇਜ ਬੁੱਧੀ ਦੇ ਮਾਲਕ ਹੋ। ਪਾਛੇ ਕੋ ਜੀਤ ਕੇ ਦੇਹੋ ਹਟਾਏ। ਜਾਂ ਤਾਂ ਉਹਨਾਂ ਨੂੰ ਜਿੱਤ ਕੇ ਵਿਚਾਰ ਚਰਚਾ ਦੇ ਵਿੱਚ ਪਿੱਛੇ ਹੀ ਮੋੜ ਦੇਵੋ। ਲਖੋ ਸਭਤੇ ਤਬ ਬੋਧ ਕੋ ਪੀਨੀ। ਤੇ ਫਿਰ ਮੈਂ ਸਾਰਿਆਂ ਹੀ ਸਿੱਧਾਂ ਦੇ ਵਿੱਚੋਂ ਤੁਹਾਡੀ ਜਿਹੜੀ ਬੁੱਧੀ ਹੈ ਈਸ਼ਵਰਨਾਥ ਸ੍ਰੇਸ਼ਟ ਜਾਣਾਂਗਾ। ਨਾਤਰ ਆਪਨੋ ਦੇ ਉਪਦੇਸ਼ ਸਿਖਾਵੋ। ਜੇਕਰ ਉਹ ਪਿੱਛੇ ਨਾ ਮੁੜਨਗੇ ਫਿਰ ਏਦਾਂ ਕਰੀ, ਆਪਣਾ ਸ਼ੁੱਧ ਉਪਦੇਸ਼ ਚੰਗਾ ਉਪਦੇਸ਼ ਦੇ ਕਰਕੇ ਸਿਖਾਵੋ ਜੋਗ ਕੀ ਰੀਤ ਜੇ ਕੀਨੀ। ਤੇ ਉਹਨਾਂ ਨੂੰ ਜੋਗ ਮਤ ਸਿਖਾ ਦੇਵੋ, ਉਹਨਾਂ ਨੂੰ ਜੋਗੀ ਬਣਾ ਕੇ ਲਿਆਇਓ ਜੀ। ਆਇਸ ਕੋ ਪਾਏ ਤਤਕਾਲ ਗਇਓ ਆਏ ਜਹਾਂ। ਇਸ ਪ੍ਰਕਾਰ ਗੋਰਖਨਾਥ ਦੀ ਆਗਿਆ ਪਾ ਕਰਕੇ ਈਸ਼ਵਰਨਾਥ ਗੁਰੂ ਨਾਨਕ ਦੇਵ ਜੀਆਂ ਕੋਲ ਆਇਆ ਹੈ। ਜਹਾਂ ਬੈਠੇ ਸੁਖਦਾਏ ਸੋਹੇ ਉੱਚੇ ਕਰੇ ਸਿੰਘ ਹੈ। ਜਿੱਥੇ ਉੱਚੇ ਪਹਾੜ ਦੇ ਉੱਪਰ ਗੁਰੂ ਨਾਨਕ ਦੇਵ ਜੀ ਵਿਰਾਜੇ ਹੋਏ ਨੇ, ਮੀਨਾ ਪਹਾੜ ਦੇ ਉੱਪਰ ਉੱਥੇ ਪਹੁੰਚਿਆ ਹੈ। ਉਚਰ ਆਦੇਸ਼ ਕੋ ਸਮੀਪ ਗਇਓ ਬੈਸ ਤਬ। ਸਤਿਗੁਰਾਂ ਤਾਈਂ ਨਮਸਕਾਰ ਕਰਕੇ ਕੋਲ ਬੈਠਾ ਹੈ। ਪ੍ਰਭੂ ਕੋ ਆਦੇਸ਼ ਗੁਰੂ ਕਹੀ ਤਹਿ ਸੰਗ ਤੇ ਹੈ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਜਿਹੜੀ ਆਦੇਸ਼ ਨਮਸਕਾਰ ਪਰਮੇਸ਼ਰ ਨੂੰ ਕਰੋ ਭਾਈ। ਕੌਣ ਦੇਸ ਸੂਰ ਆਏ ਕਹਾਂ ਕੋ ਸਦਾਈ ਅਬ। ਤੇ ਸਵਾਲ ਕੀਤਾ ਈਸ਼ਵਰਨਾਥ ਨੇ, ਕਹਿੰਦਾ ਕਿਹੜੇ ਦੇਸ਼ ਨੂੰ ਛੱਡ ਕੇ ਆਏ ਹੋ ਤੇ ਕਿੱਥੇ ਅੱਗੇ ਜਾ ਰਹੇ ਹੋ। ਕਹੋ ਤੁਮ ਕੌਣ ਮੋਹਿ ਪੂਜਨ ਅਮੰਗ ਹੈ। ਤੇ ਤੁਸੀਂ ਕੌਣ ਹੋ, ਤੁਹਾਡੀ ਜਾਤ ਗੋਤ ਕੀ ਹੈ, ਇਹ ਮੇਰੇ ਬੁੱਝਣ ਦੀ ਇੱਛਾ ਹੈ, ਪੁੱਛਣ ਦੀ ਇੱਛਾ ਹੈ, ਆਪ ਜੀ ਦੱਸਣਾ ਕਰੋ। ਗੋਰਖ ਪੈ ਚਲੋ ਉਪਦੇਸ਼ ਲੀਜੇ ਭਲੋ ਆਪ। ਆਪ ਜੀ ਮੇਰੀ ਮੰਨੋ। ਈਸ਼ਵਰਨਾਥ ਕਹਿੰਦਾ ਗੋਰਖਨਾਥ ਦੇ ਚਰਨਾਂ ਵਿੱਚ ਜਾ ਵਿਰਾਜੋ, ਉਹਦਾ ਉਪਦੇਸ਼ ਲੈ ਲਵੋ। ਸਭੈ ਮਤ ਵੇਖਤੇ ਸੁਜੋਗ ਈ ਉਤੰਗ ਹੈ। ਤੇ ਗੁਰੂ ਨਾਨਕ ਤੂੰ ਜਾਣਦਾ ਏ, ਜਿਹੜਾ ਜੋਗ ਮਤ ਹੈ ਨਾ, ਇਹ ਸਭ ਤੋਂ ਉੱਚਾ ਮਤ ਹੈ। ਦੇਹ ਪੰਜ ਤਤ ਕੀ ਹੈ, ਪੁੱਛੋ ਕੌਣ ਪੰਜ ਦਿਖੈ। ਤੇ ਗੁਰੂ ਨਾਨਕ ਦੇਵ ਜੀ ਬੋਲੇ ਨੇ, ਕਹਿਣ ਲੱਗੇ ਈਸ਼ਵਰਨਾਥ ਵੇਖ, ਪੰਜਾਂ ਤੱਤਾਂ ਦੀ ਦੇਹੀ ਸਾਡੀ ਹੈ ਤੇ ਪੰਜਾਂ ਤੱਤਾਂ ਦੀ ਦੇਹੀ ਤੁਹਾਡੀ ਹੈ, ਫਿਰ ਇਹਦੇ ਵਿੱਚ ਫਰਕ ਕੀ ਜਾਣਦੇ ਹੋ। ਸੋ ਤਤ ਦੇਹ ਮੈਂ ਵਿਚਾਰ ਕੇ ਬਖਾਨਏ। ਤੇ ਤੁਸੀਂ ਮੈਨੂੰ ਕਿਹੜੇ ਤੱਤ ਬਾਰੇ ਵਿਚਾਰ ਪੁੱਛਦੇ ਹੋ, ਜੋ ਸਾਡੇ ਵਿੱਚ ਫਰਕ ਹੋਵੇ ਉਹ ਸੋਚ ਵਿਚਾਰ ਕੇ ਸਵਾਲ ਕਰੋ ਜੀ।
ਆਤਮਾ ਦੀ ਗੱਲ ਕਰਦੇ ਹੋ, ਪਰਮੇਸ਼ਰ ਵੱਲੋਂ ਉਹੀ ਆਤਮਾ ਤੁਹਾਡੇ ਅੰਦਰ ਹੈ ਤੇ ਉਹੀ ਆਤਮਾ ਮੇਰੇ ਅੰਦਰ ਹੈ। ਸਾਰੇ ਸੰਸਾਰ ਵਿੱਚ ਪਰਮੇਸ਼ਰ ਦੀ ਹੀ ਆਤਮਾ ਵਰਤ ਰਹੀ ਹੈ, ਫਿਰ ਸਾਡੇ ਵਿੱਚ ਅੰਤਰ ਕੈਸਾ ਹੈ? ਅੰਤਰ ਵਹਿਦਸ ਵਿਦੇਸ ਮੈਂ ਜਾਣਾਏ। ਮਹਾਰਾਜ ਕਹਿੰਦੇ ਅੰਦਰ ਬਾਹਰ ਜਿੰਨੇ ਵੀ 84 ਲੱਖ ਜੀਵ ਜੰਤੂ ਹਨ, ਸਾਰਿਆਂ ਅੰਦਰ ਪਰਮੇਸ਼ਰ ਦੀ ਜੋਤ ਵਰਤਦੀ ਹੈ ਤੇ ਤੁਸੀਂ ਸਾਡੇ ਵਿੱਚ ਕੀ ਫਰਕ ਜਾਣਦੇ ਹੋ ਜੋ ਈਰਖਾ ਕਰਦੇ ਹੋ? ਆਵਨ ਅਜਾਨੋ ਤਾਂ ਬਣਤ ਉਨ ਹੋਤ ਕਹੂੰ। ਇਸ ਪ੍ਰਕਾਰ ਆਉਣਾ ਜਾਣਾ ਤਾਂ ਬਣਦਾ ਹੀ ਨਹੀਂ। ਤੁਸੀਂ ਬਾਰ-ਬਾਰ ਕਹਿੰਦੇ ਹੋ ਜੋਗ ਮਤ ਅਪਣਾ ਲਵੋ, ਮੂਰਖ ਦੇ ਚੇਲੇ ਬਣ ਜਾਵੋ, ਮੌਤ ਨਹੀਂ ਆਵੇਗੀ, ਮੌਤ ਤੋਂ ਛੁਟਕਾਰਾ ਹੋ ਜਾਵੇਗਾ। ਸਤਿਗੁਰੂ ਜੀ ਕਹਿੰਦੇ ਨਾ ਤਾਂ ਪੰਜ ਤੱਤ ਮਰਦੇ ਨੇ, ਨਾ ਹੀ ਆਤਮਾ ਮਰਦੀ ਹੈ। ਜਹਾਂ ਤਹਾਂ ਏਕ ਹੀ ਵਿਵੇਕ ਤੇ ਪਛਾਨਏ। ਮਹਾਰਾਜ ਕਹਿੰਦੇ ਇੱਥੇ ਉੱਥੇ ਸਾਰੇ ਪਾਸੇ ਹੀ ਪਰਮੇਸ਼ਰ ਦੀ ਜੋਤ ਵਰਤਦੀ ਹੈ ਜੀ। ਯਾਦ ਦਾ ਬੂਝਨੋ ਅਕਾਰਤ ਹੀ ਚੀਨ ਮਨ। ਮਹਾਰਾਜ ਕਹਿੰਦੇ ਜੇਕਰ ਕੋਈ ਚੱਜ ਦਾ ਸਵਾਲ ਹੈ ਤੇ ਸਾਡੇ ਤਾਈਂ ਕਰੋ, ਨਹੀਂ ਅਕਾਰਤ ਹੀ, ਬਕਵਾਸ ਨਾ ਕਰੋ, ਵਿਅਰਥ ਹੀ ਨਾ ਬੋਲੋ। ਗੁਰਖ ਤੇ ਸਿੱਖ ਪਨ ਪ੍ਰਸਨ ਕੋ ਠਾਨਏ। ਨਹੀਂ ਤਾਂ ਜਾਓ ਈਸ਼ਰਨਾਥ, ਵਾਪਸ ਮੁੜ ਜਾਓ ਗੋਰਖਨਾਥ ਤੋਂ ਕੋਈ ਚੰਗੇ ਪ੍ਰਸ਼ਨ ਸਿੱਖ ਕੇ ਆਓ ਜੋ ਸਾਡੇ ਤਾਈਂ ਕੀਤੇ ਜਾਣ। ਸਵਈਆ ਸੁਨ ਈਸ਼ਰਨਾਥ ਲਜਾਏ ਰਹਿਓ। ਬੜਾ ਸ਼ਰਮਸਾਰ ਹੋਇਆ ਸਤਿਗੁਰਾਂ ਦੇ ਮੁਖੋਂ ਵਚਨ ਸੁਣ ਕੇ ਈਸ਼ਰਨਾਥ। ਗਿਰ ਮੇਰ ਗਇਓ ਨਹਿ ਪਾਨੀ ਅਲਾਈ। ਕੁਝ ਵੀ ਬੋਲ ਨਾ ਸਕਿਆ, ਸਤਿਗੁਰਾਂ ਤਾਈਂ ਵਾਪਸ ਮੁੜਿਆ, ਸ਼ਵੇਰ ਪਰਬਤ ਤੇ ਪਹੁੰਚਿਆ ਹੈ। ਪਰ ਪੂਰਨ ਆਤਮਾ ਗਿਆਨ ਵਿਖੇ। ਜਾ ਕੇ ਕਹਿਣ ਲੱਗਾ ਹੈ ਗੋਰਖਨਾਥ, ਜਿਹਦੇ ਨਾਲ ਚਰਚਾ ਕਰਨ ਲਈ ਭੇਜਦੇ ਹੋ ਨਾ, ਉਹ ਤਾਂ ਸੰਪੂਰਨ ਸਰੂਪ ਹੈ, ਉਹ ਤਾਂ ਸ਼ਕਤੀਆਂ ਵਿੱਚ ਪੂਰਨ ਹੈ। ਜਾਤਿਆ ਕਰਕੇ ਨਹਿ ਦੀਤਿਓ ਸੋ ਜਾਈ। ਜਿਵੇਂ ਤੂੰ ਸਾਨੂੰ ਭੇਜਦਾ ਇਹਨਾਂ ਵਿਚਾਰ ਚਰਚਾ ਕਰਨ ਲਈ, ਉਹ ਚਰਚਾ ਕਰਕੇ ਜਿੱਤਿਆ ਨਹੀਂ ਜਾਵੇਗਾ। ਮਨ ਲੰਗਰ ਰੋਸ ਕਿਉ ਸੁਣ ਕੇ। ਤੇ ਕੋਲ ਬੈਠਾ ਹੈ ਇੱਕ ਲੰਗਰ ਨਾਮ ਦਾ ਨਾਥ ਹੈ, ਜੋਗੀ ਹੈ, ਉਹਨੂੰ ਬੜਾ ਗੁੱਸਾ ਆਇਆ ਹੈ। ਕਹਿ ਗੋਰਖ ਦੀ ਮੁਝ ਦੇਹੁਰ ਜਾਈ। ਕਹਿਣ ਲੱਗਾ ਗੋਰਖਨਾਥ ਮੈਨੂੰ ਆਗਿਆ ਦੇ, ਮੈਂ ਜਾਣਾ ਕਰਦਾ ਹਾਂ। ਅਵਲੋਕੋ ਕੈਸੇ ਕਹਿ ਬੋਲਤ ਹੈ। ਮੈਂ ਜਾ ਕੇ ਵੇਖਦਾ ਹਾਂ ਇਹ ਗੁਰੂ ਨਾਨਕ ਬਾਬਾ ਕਿਵੇਂ ਬੋਲਦਾ ਹੈ। ਕਹਿ ਅੰਤ ਹੋ ਤੁਮਰੀ ਸਰਨਾਈ। ਤੇ ਯਾਦ ਰੱਖੀ ਮੈਂ ਉਹਨੂੰ ਤੇਰਾ ਚੇਲਾ ਬਣਾ ਕੇ ਤੇਰੀ ਸ਼ਰਨ ਵਿੱਚ ਚਰਨਾਂ ਦੇ ਲੈ ਕੇ ਆਵਾਂਗਾ। ਆਇਸ ਕੋ ਪਾਏ ਗੁਰੂ ਗੋਰਖ ਮਨਾਏ ਮਨ। ਇਸ ਪ੍ਰਕਾਰ ਆਪਣੇ ਗੁਰੂ ਗੋਰਖ ਦੀ ਆਗਿਆ ਲੈ ਕਰਕੇ ਤੇ ਗੋਰਖਨਾਥ ਨੂੰ ਆਪਣੇ ਮਨ ਹੀ ਮਨ ਵਿੱਚ ਧਿਆ ਕਰਕੇ ਚਲਿਓ ਤਬ ਧਾਏ ਚਾਹੇ ਜਿਤਨੇ ਕੋ ਧਾਰ ਕੇ। ਦੌੜਿਆ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਜਿੱਤਣ ਲਈ। ਬੇਦੀ ਕੁਲ ਦੀਪ ਹੂੰ ਕੇ ਬੈਠਿਓ ਹੈ ਸਮੀਪ ਆਏ। ਤੇ ਭਾਈ ਬਾਲਾ ਜੀ ਕਹਿੰਦੇ ਅਸੀਂ ਬੈਠੇ ਸਨ, ਬੇਦੀਆਂ ਦੀ ਕੁਲ ਦੇ ਦੀਪਕ ਗੁਰੂ ਨਾਨਕ ਦੇਵ ਜੀਆਂ ਕੋਲ ਆ ਕੇ ਬੈਠਾ ਹੈ। ਕੀਨੀ ਹੈ ਆਦੇਸ਼ ਮੁਖ ਬਚਨ ਉਚਾਰ ਕੇ। ਆ ਕਰਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਚਲਿਏ ਸੁਮੇਰ ਪਰ ਲੀਜੇ ਉਪਦੇਸ਼ ਪਰ। ਤੇ ਭਾਈ ਬਾਲਾ ਜੀ ਕਹਿੰਦੇ ਆ ਕਰਕੇ ਸਿੱਧਾ ਹੀ ਕਹਿਣ ਲੱਗਾ ਹੈ ਗੁਰੂ ਨਾਨਕ ਮੇਰੇ ਨਾਲ ਚੱਲੋ, ਗੋਰਖ ਤੋਂ ਉਪਦੇਸ਼ ਲਵੋ। ਸੀਸ ਮ੍ਰਿਤ ਜੋਨ ਡਰ ਦੀਜੇ ਨਿਜ ਟਾਰ ਕੇ। ਇਹ ਜਿਹੜੀ ਸਿਰ ਦੇ ਉੱਪਰ ਮੌਤ ਕੂਕਦੀ ਹੈ, ਇਸ ਨੂੰ ਟਾਲ ਲਵੋ, ਮੌਤ ਤੋਂ ਬਚ ਜਾਵੋਗੇ। ਜਾ ਕੇ ਵਡਭਾਗ ਜਿਤ ਜੋਗ ਅਨੁਰਾਗ ਕਰੇ। ਇਹ ਗੁਰੂ ਨਾਨਕ ਤੇਰੇ ਤੇ ਤੇਰੇ ਨਾਲ ਦਿਆਂ ਦੇ ਵੱਡੇ ਭਾਗ ਜਾਗਣਗੇ ਜੇਕਰ ਤੂੰ ਜੋਗੀ ਬਣ ਜਾਵੇਂ। ਤੁਮ ਸੰਗ ਲਾਗੇ ਲਾਗ ਹੱਥ ਦੇਹੋ ਡਾਰ ਕੇ। ਗੋਰਖਨਾਥ ਦੇ ਜਿਹੜੇ ਧੁਨੀ ਭਾਵ ਮੰਤਰ ਹਨ ਉਹਨਾਂ ਨੂੰ ਲੈ ਲਵੋ, ਅਪਣਾ ਲਵੋ ਤੇ ਜਿਹੜੀ ਆਪਣੀ ਭਗਤੀ ਹੈ ਇਸ ਨੂੰ ਛੱਡ ਦੇਵੋ। ਬੋਲੇ ਦੀਨਾਨਾਥ ਸਿਧ ਲੰਗਰ ਕੇ ਸਾਸਤਾਬ। ਦੀਨਾਂ ਗਰੀਬਾਂ ਦੇ ਮਾਲਕ ਗੁਰੂ ਨਾਨਕ ਦੇਵ ਜੀ ਇਸ ਪ੍ਰਕਾਰ ਲੰਗਰ ਤਾਈਂ ਬੋਲੇ ਨੇ। ਕੌਣ ਸੀ ਵਾਸਤ ਮਰੇ ਤੀਜੇ ਸੋ ਬਤਾਏ ਕੇ। ਮਹਾਰਾਜ ਕਹਿੰਦੇ ਲੰਗਰ ਨਾਥ ਪਹਿਲਾਂ ਇਹ ਦੱਸਣਾ ਕਰ ਇਹ ਸੰਸਾਰ ਤੇ ਮਰਦਾ ਕੌਣ ਹੈ। ਦੇਹ ਪੰਜ ਭੂਤ ਕੀ ਹੈ ਪੰਚੋ ਮੈਂ ਹੈ, ਪੰਚੋ ਮੈਂ ਨਾ ਮਰੇ ਕੋ।
ਮਹਾਰਾਜ ਕਹਿੰਦੇ ਪੰਜਾਂ ਤੱਤਾਂ ਦਾ ਸਰੀਰ ਬਣਿਆ ਹੈ ਤੇ ਪੰਜ ਤੱਤ ਕਦੇ ਮਰਦੇ ਨਹੀਂ। ਜੇ ਕੋ ਮਰ ਜਾਤ ਤਾਂ ਕੋ ਦੀਜੀਏ ਸੁਨਾਏ ਤੇ ਕੈ। ਜੇਕਰ ਕੋਈ ਫਿਰ ਵੀ ਸਰੀਰ ਵਿੱਚੋਂ ਮਰਦਾ ਹੈ ਤੇ ਸਾਨੂੰ ਦੱਸਣਾ ਕਰੋ। ਆਤਮਾ ਕੋ ਨਿਤ ਕਬ ਹੋਤ ਨਹੀਂ ਮ੍ਰਿਤਤਾ ਕੀ। ਮਹਾਰਾਜ ਕਹਿੰਦੇ ਜਿਹੜੀ ਪਰਮੇਸ਼ਰ ਵੱਲੋਂ ਦਿੱਤੀ ਗਈ ਆਤਮਾ ਹੈ ਉਹ ਤਾਂ ਸਦੀਵ ਰਹਿਣ ਵਾਲੀ ਹੈ। ਉਹ ਤਾਂ ਬਾਰ-ਬਾਰ ਜੂਨਾ ਬਦਲਦੀ ਹੈ, ਆਤਮਾ ਉਹੀ ਰਹਿੰਦੀ ਹੈ। ਕਦੇ ਮਨੁੱਖ ਦੇ ਸਰੀਰ ਵਿੱਚ, ਕਦੇ ਬਿੱਡੂ ਸੱਪ ਸ਼ੇਰ ਦੇ ਸਰੀਰ ਵਿੱਚ ਵੜ ਜਾਂਦੀ ਹੈ। ਆਤਮਾ ਉਹੀ ਰਹਿੰਦੀ ਹੈ, ਬਸ ਸਰੀਰ ਬਦਲੇ ਜਾਂਦੇ। ਸਤਿਗੁਰੂ ਜੀ ਕਹਿੰਦੇ ਉਹ ਤਾਂ ਕਦੇ ਵੀ ਨਹੀਂ ਮਰਦੀ, ਤੁਸੀਂ ਦੱਸਣਾ ਕਰੋ। ਭਇਓ ਜੀਵ ਸਤ ਚਿੰਤਾ ਆਨੰਦ ਕੋ ਭਲਾਈ ਕੈ। ਮਹਾਰਾਜ ਕਹਿੰਦੇ ਜਿਹੜੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਤ ਨਾਸ਼ ਤੋਂ ਰਹਿਤ ਹੈ, ਆਨੰਦ ਸਰੂਪ ਹੈ, ਐਸੇ ਪਰਮੇਸ਼ਰ ਨੂੰ ਭੁਲਾ ਦਿੰਦੇ ਨੇ, ਉਹੀ ਆਪਣੇ ਆਪ ਨੂੰ ਪਰਮੇਸ਼ਰ ਤੋਂ ਵੱਖਰਾ ਸਮਝਦੇ ਨੇ। ਬਾਦ ਹੈ ਕਹਿਣ ਤੇਰੋ ਭਇਓ ਮ੍ਰਿਤ ਕੌਣ ਹੈਰੋ। ਮਹਾਰਾਜ ਕਹਿੰਦੇ ਤੇਰੇ ਕੀਤੇ ਸਵਾਲ ਲੰਗਰ ਨਾਦ ਸਾਰੇ ਹੀ ਵਿਅਰਥ ਨੇ, ਕਿਸੇ ਨੂੰ ਮੌਤ ਨਹੀਂ ਆਉਂਦੀ। ਉੱਤਰ ਨ ਆਏ ਤੁਸ ਗੋਰਖ ਕੋ ਜਾਏਗੇ। ਜੇਕਰ ਸਾਡਿਆਂ ਸਵਾਲਾਂ ਦਾ ਇਹ ਲੰਗਰਨਾਥ ਪੁੱਤਰ ਨਹੀਂ ਆਉਂਦਾ, ਜਾਂ ਆਪਣੇ ਗੁਰੂ ਗੋਰਖਨਾਥ ਤੋਂ ਪੁੱਛਣਾ ਕਰ। ਸਵਈਆ ਲੰਗਰ ਦੂਸਨ ਹੋਏ ਗਇਓ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਸੁਣ ਕਰਕੇ ਲੰਗਰਨਾਥ ਜੋਗੀ ਚੁੱਪ ਹੋਇਆ ਹੈ। ਨਿਰਤੰਤ ਸਮੇਰ ਪੈ ਜਾਇ ਸੁਨਾਵਾ। ਸਾਰਾ ਪ੍ਰਸੰਗ ਗੋਰਖਨਾਥ ਨੂੰ ਜਾ ਕੇ ਸਮੇਰ ਪਰਬਤ ਤੇ ਸੁਣਾਉਣ ਲੱਗਾ ਹੈ। ਗੋਰਖ ਨੇ ਤਬ ਆਸ ਦੇ ਕਰ। ਤੇ ਗੋਰਖਨਾਥ ਨੇ ਅਗਲੇ ਜੋਗੀ ਨੂੰ ਆਗਿਆ ਦੇ ਕਰਕੇ ਮੰਗਲਨਾਥ ਸਮੀਪ ਬੁਲਾਵਾ। ਤੇ ਮੰਗਲਨਾਥ ਨਾਮ ਦਾ ਜੋਗੀ ਸੱਦਿਆ ਹੈ। ਤੀਨ ਵੱਡੋ ਸਨਮਾਨ ਬਿਠਾਏ ਕੈ। ਬੜਾ ਸਤਿਕਾਰ ਮੰਗਲਨਾਥ ਦਾ ਕੋਲ ਬੁਲਾ ਕੇ ਕੀਤਾ ਹੈ। ਆਨੰਦ ਦੇਵ ਬੈਨ ਅਲਾਵਾ। ਇਸ ਪ੍ਰਕਾਰ ਆਪਣੇ ਮੁਖ ਤੋਂ ਕਹਿਣਾ ਕੀਤਾ ਹੈ। ਹਾਰ ਕੇ ਆਪ ਤੋਂ ਸਿੱਧ ਸਭੈ। ਇਹ ਮੰਗਲਨਾਥ ਸਾਰੇ ਜੋਗੀ ਵਾਰ-ਵਾਰ ਜਾਂਦੇ ਨੇ, ਸਾਰੇ ਹੀ ਹਾਰ ਕੇ ਮੁੜ ਆਉਂਦੇ ਨੇ। ਅਬ ਜਨ ਕੁਮਾਰ ਬਨੈ ਕਹਿਥਾਵਾ। ਹੁਣ ਤੇਰਾ ਜਾਣਾ ਗੁਰੂ ਨਾਨਕ ਦੇਵ ਜੀਆਂ ਕੋਲ ਬਣਦਾ ਹੈ। ਸਵਈਆ ਮੰਗਲਨਾਥ ਨੇ ਪੂਜਾ ਕੀਨ। ਤੇ ਮੰਗਲਨਾਥ ਸਾਰਿਆਂ ਜੋਗੀਆਂ ਵਿੱਚੋਂ ਬੜਾ ਸਿਆਣਾ ਸੀ। ਕਹਿਣ ਲੱਗਾ ਗੋਰਖਨਾਥ ਮੈਨੂੰ ਦੱਸਣਾ ਕਰੋ। ਪਠੋ ਕਹਿ ਹੇਤ ਕੋ ਦੇਹੁ ਬਤਾਈ। ਕਿਸ ਚੀਜ਼ ਵਾਸਤੇ, ਕਿਸ ਗੱਲ ਵਾਸਤੇ ਮੈਨੂੰ ਗੁਰੂ ਨਾਨਕ ਦੇ ਕੋਲ ਭੇਜ ਰਹੇ ਹੋ। ਰੂਪ ਸਹਾਏ ਬਿਲੋਕਨ ਕੋ ਤਹੈ। ਉਹਨਾਂ ਦੇ ਪਵਿੱਤਰ ਮੁਖ ਦੇ ਦਰਸ਼ਨ ਕਰਨ ਵਾਸਤੇ ਭੇਜਦੇ ਹੋ। ਕਹਿ ਕਹੋ ਉਪਦੇਸ਼ਨ ਤਾਈ। ਜਾਂ ਫਿਰ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ ਘੱਲਦੇ ਹੋ। ਗੋਰਖ ਜੋ ਸੁਣ ਕੇ ਮਨ ਮਾਹੇ। ਤੇ ਗੋਰਖਨਾਥ ਮੰਗਲਨਾਥ ਦੇ ਬਚਨ ਸੁਣ ਕਰਕੇ ਵਿਚਾਰ ਕੇ ਬਾਨੀ ਸੋ ਐਸ ਅਲਾਈ। ਮਨ ਹੀ ਮਨ ਵਿੱਚ ਵਿਚਾਰ ਕਰਕੇ ਬੋਲਿਆ ਹੈ। ਜੋ ਤੁਮਰੇ ਮਨ ਮੈਂ ਅਬਲਾਕ। ਕਹਿਣ ਲੱਗਾ ਜਿਵੇਂ ਤੇਰੇ ਮਨ ਦੀ ਇੱਛਾ ਹੋਵੇ। ਮਿਲੋ ਕਹੋ ਤਾਂ ਬਿਦ ਸੋ ਅਬ ਜਾਈ। ਤੇ ਜਾ ਕਰਕੇ ਉਵੇਂ ਹੀ ਗੁਰੂ ਨਾਨਕ ਦੇਵ ਜੀਆਂ ਨਾਲ ਵਿਚਾਰ ਚਰਚਾ ਕਰੋ, ਉਹਨਾਂ ਨੂੰ ਮਿਲਣਾ ਕਰੋ। ਸਵਈਆ ਮੰਗਲ ਬੋਲਤ ਹੈ ਗੁਰੂ ਗੋਰਖ। ਮੰਗਲਨਾਥ ਬੋਲਿਆ ਹੈ ਗੁਰੂ ਗੋਰਖ ਜੀ। ਪੂਰਨ ਹੋ ਤੁਕਿਆ ਸਭ ਲਾਇਕ। ਜਿਹੜਾ ਗੁਰੂ ਨਾਨਕ ਹੈ ਨਾ, ਇਹ ਉਕਤੀਆਂ ਜੁਗਤੀਆਂ ਵਿੱਚ ਸਾਰੀਆਂ ਗੱਲਾਂ ਵਿੱਚ ਸੰਪੂਰਨ ਹੈ। ਸੋ ਸਭੀ ਵੇਦ ਪੂਰਨ ਨਾਨਕ। ਤੇ ਗੁਰੂ ਨਾਨਕ ਸਰਬ ਕਲਾ ਸਮਰੱਥ ਹੈ। ਜਾਇ ਸਰਾਨਕ ਸਹਿਗਤ ਦਾਇਕ। ਉਹਨਾਂ ਦੀ ਸ਼ਰਨ ਵਿੱਚ ਜਾਣ ਵਾਲਿਆਂ ਨੂੰ ਮੁਕਤੀ ਪ੍ਰਾਪਤ ਹੁੰਦੀ ਹੈ। ਖੋਜਬੋ ਦੇਖਬੋ ਕਿਆ ਤੋਹੇ ਕੋ। ਇਸ ਪ੍ਰਕਾਰ ਉਹਨਾਂ ਨੂੰ ਸਾਰਿਆਂ ਨੇ ਖੋਜ ਕੇ ਵੇਖ ਲਿਆ ਹੈ, ਸਾਰਿਆਂ ਨੇ ਦਰਸ਼ਨ ਕੀਤੇ ਨੇ। ਸੁਰ ਨਾਇਕ ਨਾਇਕ ਸੰਤ ਸਹਾਇਕ। ਜਿਵੇਂ ਸਾਰੇ ਹਾਰ ਹਾਰ ਕੇ ਮੁੜੇ ਨੇ, ਮੈਂ ਤਾਂ ਇਹ ਅੰਦਾਜ਼ਾ ਲਾਇਆ ਹੈ ਸਾਰੇ ਦੇਵਤਿਆਂ ਦਾ ਰਾਜਾ ਜਿਵੇਂ ਇੰਦਰ ਹੈ ਨਾ, ਉਹ ਇੰਦਰ ਦੇ ਵੀ ਰਾਜੇ ਨੇ। ਇੱਕ ਬਾਰ ਕੇ ਖੋਜ ਕੇ ਖਾਪਨ। ਇੱਕ ਦੋ ਵਾਰ ਹੀ ਕਿਸੇ ਨਾਲ ਵਿਚਾਰ ਚਰਚਾ ਕਰਨੀ ਚਾਹੀਦੀ ਹੈ। ਖੋਜੇ ਕੋ ਖੋਜਨ ਰੀਤ ਨਾ ਲਾਇਕ। ਜਿਹੜਾ ਹੋਰਾਂ ਨੂੰ ਖੋਜਣ ਆਇਆ ਹੈ ਉਹਨੂੰ ਅਸੀਂ ਕਿਵੇਂ ਖੋਜ ਲਵਾਂਗੇ। ਜਿਹੜਾ ਆਪ ਹੀ ਹੀਰਿਆਂ ਦੀ ਪਰਖ ਕਰਨ ਵਾਲਾ ਜੌਹਰੀ ਹੈ
ਤੇ ਜੌਹਰੀ ਦੀ ਪਰਖ ਭਲਾ ਅਸੀਂ ਕਿਵੇਂ ਕਰ ਲਵਾਂਗੇ, ਇਹ ਚੰਗਾ ਤਰੀਕਾ ਨਹੀਂ ਹੈ। ਆਇਸ ਨਾਹੇ ਉਲੰਭਕ ਤੋਰ, ਪਰ ਫਿਰ ਵੀ ਤੂੰ ਮੇਰਾ ਗੁਰੂ ਹੈ, ਤੇਰੇ ਕੋਲੋਂ ਬੜਾ ਕੁਝ ਸਿੱਖਿਆ ਹੈ, ਇਸ ਲਈ ਮੈਂ ਤੇਰੀ ਆਗਿਆ ਹੁਕਮ ਨਹੀਂ ਮੋੜਦਾ। ਕਹੋ ਕਹਿ ਜਾਏ ਕੇ ਲਿਆਓ ਹਕਾਰੀ, ਇਸ ਲਈ ਮੈਂ ਤੁਹਾਡੀ ਆਗਿਆ ਅਨੁਸਾਰ ਜਾਂਦਾ ਹਾਂ। ਜੇਕਰ ਤੁਸੀਂ ਕਹੋ ਤੇ ਗੁਰੂ ਨਾਨਕ ਦੇਵ ਜੀਆਂ ਨੂੰ ਬੁਲਾ ਲਿਆਉਂਦਾ ਹਾਂ। ਜਾ ਕੇ ਮਿਲੇ ਤੇ ਕਿਰਤਾਰਥ ਹੋਏਗੋ। ਇਸ ਪ੍ਰਕਾਰ ਜਦੋਂ ਜਾ ਕਰਕੇ ਮੈਂ ਗੋਰਖਨਾਥ ਕਹਿੰਦਾ ਹੈ ਕਿ ਜਦੋਂ ਜਾ ਕਰਕੇ ਤੂੰ ਗੁਰੂ ਨਾਨਕ ਨੂੰ ਮਿਲੇਗਾ ਨਾ ਮੰਗਲਨਾਥ, ਉਹਨਾਂ ਨੂੰ ਆਪਣੇ ਵਚਨਾਂ ਨਾਲ ਕਿਰਤਾਰਥ ਕਰੇ। ਜਾਇ ਹੁਕਮਨ ਆਲਸ ਤਾਰੀ, ਹੁਣ ਛੇਤੀ ਨਾਲ ਜਾਣਾ ਕਰੋ, ਆਲਸ ਛੱਡ ਦੇਵੋ। ਮੰਗਲਨਾਥ ਜੀ ਅਨਹੁਤਾ ਬਿਦ, ਇਸ ਪ੍ਰਕਾਰ ਮੰਗਲਨਾਥ ਗੁਰੂ ਨਾਨਕ ਦੇਵ ਜੀਆਂ ਕੋਲ ਆਇਆ ਹੈ। ਲੈ ਉਪਦੇਸ਼ ਹਮਾਰ ਜੋ ਧਾਰੀ, ਤੇ ਗੋਰਖਨਾਥ ਕਹਿੰਦਾ ਜਾ ਕਰਕੇ ਉਪਦੇਸ਼ ਦੇਵੀ ਜੋ ਜੋਗ ਮਤ ਅਪਣਾ ਲੈਣਾ। ਆਪ ਮਾਰਗ ਸਿੱਧਨ ਕੇ ਭਵ ਤੇ ਮੈਂ, ਵੇਖੀ ਜਦੋਂ ਸਿੱਧਾਂ ਦੀ ਮਤ ਅਪਣਾ ਲਈ ਉਹ ਜੋਗੀ ਬਣ ਗਏ। ਪ੍ਰਕਾਸ਼ ਵੱਡੋ ਜਸਕਾਰੀ, ਤੇ ਸਾਡੀ ਜੋਗ ਮਤ ਦਾ ਸੰਸਾਰ ਦੇ ਵਿੱਚ ਬੜਾ ਵੱਡਾ ਪ੍ਰਕਾਸ਼ ਹੋਵੇਗਾ। ਮੇਰੀ ਬੜੀ ਉਸਤਤੀ ਹੋਵੇਗੀ। ਸੰਸਾਰ ਦੇ ਜਿਹੜੇ ਲੋਕ ਨੇ ਮੈਨੂੰ ਆਪਣਾ ਗੁਰੂ ਮੰਨਣਗੇ। ਜਦੋਂ ਗੁਰੂ ਨਾਨਕ ਦੇਵ ਜੀ ਸਾਡੇ ਚੇਲੇ ਬਣ ਗਏ ਤੇ ਸੰਸਾਰ ਦੇ ਲੋਕ ਆਪਣੇ ਆਪ ਹੀ ਸਾਡੇ ਚੇਲੇ ਬਣ ਜਾਣਗੇ। ਇੱਥੋਂ ਤੱਕ ਅੱਜ ਦੀਆਂ ਕਥਾ ਵਿਚਾਰਾਂ ਆਈਆਂ ਨੇ। ਗੋਰਖਨਾਥ ਮੰਗਲਨਾਥ ਨੂੰ ਵਾਰ-ਵਾਰ ਸਮਝਾਉਂਦਾ ਹੈ, ਪਰ ਮੰਗਲਨਾਥ ਅਹੰਕਾਰ ਤੋਂ ਰਹਿਤ ਜੋਗੀ ਹੈ, ਬੜੀ ਭਗਤੀ ਵਾਲਾ ਹੈ, ਸ਼ਕਤੀ ਵਾਲਾ ਹੈ। ਇਸ ਲਈ ਗੋਰਖਨਾਥ ਨਾਲ ਬਚਨ ਵਿਲਾਸ ਕਰ ਰਿਹਾ ਹੈ। ਕਹਿੰਦਾ ਜੋ ਆਪ ਹੀ ਖੋਜਣ ਆਏ ਹੋਣ ਉਹਨਾਂ ਨੂੰ ਕਿਵੇਂ ਖੋਜਿਆ ਜਾ ਸਕਦਾ ਹੈ। ਉਹ ਸਰਬ ਕਲਾ ਸਮਰੱਥਾ ਹਨ, ਉਹਨਾਂ ਦੀ ਸ਼ਰਨ ਵਿੱਚ ਜਾ ਕੇ ਵਿਚਾਰ ਨਹੀਂ ਕੀਤੀ ਜਾ ਸਕਦੀ। ਉਹਨਾਂ ਦੀ ਸ਼ਰਨ ਵਿੱਚ ਜਾ ਕੇ ਤੇ ਮੁਕਤੀ ਦਾ ਸੁੱਖ ਮਾਣਿਆ ਜਾ ਸਕਦਾ ਹੈ। ਇਸ ਪ੍ਰਕਾਰ ਮੰਗਲਨਾਥ ਗੋਰਖਨਾਥ ਨੂੰ ਸਮਝਾਉਣ ਲੱਗਾ ਹੈ, ਪਰ ਗੋਰਖਨਾਥ ਬਾਰ-ਬਾਰ ਮੰਗਲਨਾਥ ਨੂੰ ਮਜਬੂਰ ਕਰਦਾ ਹੈ ਤੇ ਗੁਰੂ ਨਾਨਕ ਦੇਵ ਜੀ ਨਾਲ ਜਾ ਕਰਕੇ ਚਰਚਾ ਕਰ, ਉਹਨਾਂ ਨੂੰ ਜਿੱਤ ਕੇ ਉਹਨਾਂ ਨੂੰ ਹਰਾ ਕੇ ਮੇਰਾ ਚੇਲਾ ਬਣਾ ਦੇ, ਤਾਂ ਜੋ ਸਿੱਧ ਬਣ ਜਾਣਗੇ, ਜੋਗੀ ਬਣ ਜਾਣਗੇ ਤੇ ਸੰਸਾਰ ਵਿੱਚ ਸਾਡਾ ਭਾਰੀ ਜਸ ਹੋਵੇ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਆਉਣ ਵਾਲਾ ਇਤਿਹਾਸ ਕੱਲ੍ਹ ਦੇ ਦੀਵਾਨਾਂ ਵਿੱਚ ਸਥਾਪਨ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਦ ਸਕੇ ਆਓ। ਆਨੰਦ ਸਾਹਿਬ ਦੀ ਗੁਰਬਾਣੀ ਨਾਲ ਦੁਨੀਆ ਸਮਾਪਤੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਕਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ, ਸਬਦੋਤਾ ਗਾਵੋ ਹਰਿ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ। ਹਰਿ ਨਾਮ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਦਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਧੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਵੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੀਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ ਹੋ, ਸਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸਬਦ ਤਰਹੁ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਤਕਾਲ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਨਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਗਾਇਆ, ਉਤਰੇ ਸਗਲ ਵਿਸੂਰੇ।
ਬਾਣੀ ਸੰਤ ਸਾਜਨ ਭਏ ਸਭ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਗਾਇਆ ਕੀਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ